बिस्मिल्लाहिर्रहमानिर्रहीम। अस्सलाम वालेकुम ख़वातीन हज़रात, कैसे हैं आप? आपके मूड कैसे हैं? आपके मिजाज कैसे हैं? मैं आपका होस्ट दोस्त अरशद भट्टी हूँ। टोरंटो 360 स्पेशल में आपको खुश आमदीद कहते हैं। खुदा रब करीम आपको खुश रखे, सलामत रखें, हंसता मुस्कुराता रखे। अल्लाह रब करीम आपको आसानी अता फ़रमाए और आसानी तकसीम करने की तौफ़ीक अता फ़रमाए। आमीन सम आमीन। जब हमारे कोई मेहमान आते हैं, पाकिस्तान से आते हैं या भारत से आते हैं, हमारी कोशिश होती है कि उनसे आपकी मुलाकात करवाएं। अच्छा लगता है और ताल्लुक़ जिनका मौसीकी से हो और अच्छा लगता है। मौसीकी की कोई सरहद नहीं होती, फ़नकार की भी कोई सरहद नहीं होती। जहाँ भी वो फ़नकार फ़नकार है और मौसीकी मौसीकी है। आज दो बहुत टैलेंटेड मेहमान हमारे साथ यहाँ पे मौजूद हैं, दिलखुश थिंद और इन मिनी दिलखुश। दिलखुश साहब जो हैं ख़ुद एक्टर भी हैं, डायरेक्टर भी हैं, म्यूज़िक डायरेक्टर भी हैं, सिंगर भी हैं और उनके मिसेस मिनी दिलखुश भी सिंगर हैं। इनको खुश आमदीद कहेंगे। दिलखुश भाई, वेलकम यू इन टोरंटो 360 टीवी। थैंक यू सो मच। टोरंटो 360 चैनल देखने वाले सारे दे सारे दर्शकों को सलाम, आदाब, सत श्री अकाल। थैंक यू वेरी मच मिनी जी, ਤੁਹਾਨੂੰ ਵੀ खुश आमदीद। थैंक यू फॉर कमिंग। थैंक यू सो मच, थैंक्स फॉर कॉलिंग। यू वेलकम। अच्छा जनाब, मौसीकी ज़ाहिर ऐसे कहने के लिए कोई सरहद नहीं है और ज़ुबान और रूह दी गज़ा कहते हैं जी। और मौसीकी वही अच्छी जी सोने बंदा तो कन्न भी लगे तो दिल में भी लगे जी, भी मौसीकी फिर ही होंगी है। जी। ज़ाहिर है तुहाडा असीं थोड़ा तारुफ चाहांगे कि लोगों तक पहुँचे और मैं सुनिया कि तुसीं ते बचपन तो ही मौसीकी नाल तुहाडा ताल्लुक रहा और शायद तुसीं वो जो मास्टर्स जिन्होंने कहते हैं कि जी जी बचपन वाले मास्टर्स है उस तरह से थोड़ा जिहा अपने बारे दसो जरा साडे देखने वाले नूं। मैं बहुत सारिया इंटरव्यूज कीतियां ने। मैं हुण सोच लिया सी कि मैं ਜਿਹੜਾ ਪਹਿਲਾ ਸਵਾਲ ਹੁੰਦਾ ਨਾ ਕਿ ਆਪਣੇ ਬਾਰੇ ਦੱਸੋ, ਉਹ ਨਹੀਂ ਕਰਨਾ। अच्छा ठीक बट है, मैं इस चैनल ਤੇ ਕਰਨਾ क्योंकि व्यूअर दूसरे है दूसरे व्यूअर और ਅਸੀਂ ਤੁਹਾਨੂੰ ਤਦੀ ਸਵਾਲ ਇਸ ਵਾਸਤੇ ਕੀਤਾ ਕਿ ਵਰਨਾ ਕੋਈ ਜਨਰਲ ਸਵਾਲ ਕਰਦੇ ਸੀ ਕਿ ਨਹੀਂ ਤਾਂ ਕਿ ਸਾਡੇ ਦੋਸਤਾਂ ਨੂੰ ਪਤਾ ਚੱਲੇ ਤੁਹਾਡੇ ਬਾਰੇ। ਜੀ ਬਿਲਕੁਲ। ਮੇਰਾ ਪਿੰਡ ਫਿਰੋਜ਼ਪੁਰ ਡਿਸਟ੍ਰਿਕਟ ਪੰਜਾਬ ਵਿੱਚ, ਉਹਦੇ ਨਾਲ ਇੱਕ ਕਸਬਾ ਹੈ ਗੁਰੂ ਹਰਸਾਏ ਦੇ ਨਾਲ ਹੈ ਮੇਰਾ ਪਿੰਡ, ਚੱਕ ਮਹੰਤਾ ਵਾਲਾ। ਉੱਥੇ ਮੈਂ ਜੰਮਿਆ ਪਲਿਆ, ਛੋਟੇ ਹੁੰਦੇ ਬਚਪਨ ਉੱਥੇ ਗੁਜ਼ਾਰਿਆ। ਤੇ ਬਚਪਨ ਵਿੱਚ ਜਦੋਂ ਅਸੀਂ ਛੋਟੇ ਸੀ, ਮੇਰੇ ਫਾਦਰ ਸਾਹਿਬ, ਮੇਰੇ ਚਾਚਾ ਜੀ, ਉਹ ਧਾਰਮਿਕ ਸਟੇਜਾਂ ਕਰਦੇ ਸੀ। ਜਿੱਦਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਔਰ ਉਸ ਤੋਂ ਬਾਅਦ ਮੇਲਿਆਂ ਤੇ ਧਾਰਮਿਕ ਜੋ ਸਟੇਜਾਂ ਹੁੰਦੀਆਂ ਨੇ ਉਹ ਕਰਦੇ ਸੀ। ਤਾਂ ਉਹ ਕਹਿੰਦੇ ਇੱਕ ਜਿੱਥੇ ਸੋਨਾ ਘੜਿਆ ਜਾਂਦਾ ਉਹਦੇ ਕਿਨਕੇ ਡਿੱਗਦੇ ਰਹਿੰਦੇ। ਸੋ ਉੱਥੋਂ ਸਾਨੂੰ ਵੀ ਚੇਟਕ ਲੱਗੀ ਗਾਉਣ ਦੀ। ਮੈਨੂੰ ਯਾਦ ਹੈ ਕਿ ਮੈਂ 5ਵੀਂ 6ਵੀਂ ਕਲਾਸ ਵਿੱਚ ਹੋਊਗਾ ਮਸਾਂ, ਆਈ ਥਿੰਕ 5th ਵਿੱਚ ਸੀ ਮੈਂ ਉਦੋਂ, ਜਦੋਂ ਤੋਂ ਅਸੀਂ ਉਹਨਾਂ ਨਾਲ ਜਾ ਕੇ ਮੇਲਿਆਂ ਦੀਆਂ ਸਟੇਜਾਂ ਤੇ ਗਾਉਣਾ ਸਟਾਰਟ ਕਰ ਦਿੱਤਾ ਸੀ। ਹਾਂਜੀ ਹਾਂਜੀ ਸਹੀ ਜੀ। ਔਰ ਮੇਰਾ ਪਹਿਲਾ ਗਾਣਾ ਤੁਸੀਂ 88 ਵਿੱਚ ਗਾਇਆ ਸੀ? ਜੀ ਮੈਂ ਜਦੋਂ 8ਵੀਂ ਕਲਾਸ ਵਿੱਚ ਸੀ, 8ਵੀਂ ਕਲਾਸ ਸੀ ਜਾਂ 7ਵੀਂ ਕਲਾਸ ਸੀ ਉਸ ਵੇਲੇ, ਮੈਨੂੰ ਪੱਕਾ ਨਹੀਂ ਯਾਦ। ਔਰ ਉਸ ਵੇਲੇ ਜਿਹੜੇ ਸਕੂਲ ਅਸੀਂ ਪੜ੍ਹਦੇ ਸੀ, ਤੁਹਾਨੂੰ ਵੀ ਯਾਦ ਹੋਣਾ ਕਿ ਉਸ ਵੇਲੇ ਪਾਕਿਸਤਾਨ ਵਿੱਚ PTV ਹੁੰਦੇ ਸੀ ਔਰ ਸਾਡੇ ਉਧਰ ਦੂਰਦਰਸ਼ਨ। ਸਾਡੇ ਤਾਂ ਪਾਕਿਸਤਾਨ TV ਵੀ ਚੱਲਦਾ ਸੀ ਐਂਟੀਨੇ ਨਾਲ ਔਰ ਉਧਰ ਵੀ ਦੂਰਦਰਸ਼ਨ ਚੱਲਦਾ ਸੀ ਉਸ ਵੇਲੇ। ਜੀ ਮੈਨੂੰ ਪਤਾ ਹੈ। ਤੇ ਉਦੋਂ ਉਸ ਉੱਥੇ ਗਾਣਾ ਲਗਵਾਉਣਾ ਬਹੁਤ ਔਖਾ ਕੰਮ ਸੀ, ਬਹੁਤ ਸਾਡੇ ਵਾਸਤੇ ਬਹੁਤ ਦੂਰ ਦੀ ਗੱਲ ਸੀ ਕਿ ਯਾਰ TV ਤੇ ਆਉਣਾ ਬਹੁਤ। ਇੱਕ ਚੈਨਲ ਜਦੋਂ ਹੁੰਦਾ ਉਹਦੇ ਜ਼ਾਹਿਰ ਹੈ ਜੋ ਪ੍ਰਾਈਵੇਟ ਚੈਨਲ ਆਏ ਫਿਰ ਚੇਂਜ ਆਈ। ਫਿਰ ਦੂਸਰੀ ਗੱਲ ਇਹ ਹੈ ਕਿ ਬਾਰਡਰ ਤੇ ਪਿੰਡ ਹੈ, ਕਦੇ ਸੋਚਿਆ ਨਹੀਂ ਸੀ ਕਿ ਜਲੰਧਰ ਦੂਰਦਰਸ਼ਨ ਤੇ ਜਾ ਕੇ ਅਸੀਂ ਗਾਵਾਂਗੇ ਜਾਂ ਸਾਨੂੰ ਕੋਈ ਸਾਡਾ ਜ਼ਰੀਆ ਬਣੂਗਾ ਇਦਾਂ ਦਾ। ਸੋ ਉਸ ਵੇਲੇ ਜਦੋਂ ਮੈਂ ਪੜ੍ਹਦਾ ਸੀ ਤਾਂ ਸਾਡੇ ਇੱਕ ਟੀਚਰ ਆਏ, ਸਰਦਾਰ ਸੁਰਜੀਤ ਸਿੰਘ ਉਹਨਾਂ ਦਾ ਨਾਮ ਸੀ, ਫਿਜ਼ੀਕਲ ਦੇ, ਔਰ ਉਹ ਜਲੰਧਰ ਦੇ ਰਹਿਣ ਵਾਲੇ ਸੀ। ਉਹਨਾਂ ਨੇ ਆ ਕੇ ਸੁਣਿਆ, ਜਿੱਦਾਂ ਬਾਲ ਸਭਾ ਹੁੰਦੀ ਹੈ ਸੈਟਰਡੇ ਨੂੰ, ਕਿ ਹਾਂਜੀ ਸੁਣਾਓ। ਜਦੋਂ ਉਹਨਾਂ ਨੇ ਸੁਣਿਆ ਤਾਂ ਉਹ ਕਹਿੰਦੇ ਯਾਰ ਬੱਚੇ ਬਹੁਤ ਟੈਲੈਂਟਡ ਨੇ ਲੇਕਿਨ ਇੱਥੋਂ ਇਹਨਾਂ ਨੂੰ ਕੋਈ ਮਿਲ ਨਹੀਂ ਰਿਹਾ, ਇਹਨਾਂ ਨੂੰ ਜ਼ਰੀਆ ਇਹਨਾਂ ਦਾ ਕਿਤੇ ਜਾਣ। ਉਹਨਾਂ ਨੇ ਦੂਰਦਰਸ਼ਨ ਤੇ ਗੱਲ ਕੀਤੀ ਕਿ ਮੈਂ ਟੀਚਰ ਆ, ਮੇਰੇ ਸਕੂਲ ਦੇ ਬੱਚੇ ਗਾਉਣਾ ਚਾਹੁੰਦੇ ਨੇ। ਇੱਕ ਪ੍ਰੋਗਰਾਮ ਚੱਲਦਾ ਸੀ ਉਸ ਵੇਲੇ, ਝਿਲਮਿਲ ਤਾਰੇ, ਬਿਲਕੁਲ ਸਹੀ, ਬੱਚਿਆਂ ਦਾ ਪ੍ਰੋਗਰਾਮ। ਝਿਲਮਿਲ ਤਾਰੇ ਵਿੱਚ ਫਿਰ 88 ਵਿੱਚ ਸਾਨੂੰ ਲੈ ਕੇ ਗਏ। ਅਸੀਂ ਸਾਡੇ ਸਕੂਲ ਦੇ 10-12 ਬੱਚੇ ਗਏ ਸੀ ਔਰ ਉਹਦੇ ਵਿੱਚ ਅਸੀਂ ਗਾਇਆ। 88 ਵਿੱਚ ਮੈਂ ਗਾਇਆ। ਮੈਂ ਖਿਆਲ ਉਸ ਨਾਲ ਹੋਰ ਵੀ ਬੱਚੇ ਸੀ ਜਿਹੜੇ ਬੜੇ ਪਪੂਲਰ ਹੋਏ। ਜੀ ਮੇਰੇ ਨਾਲ ਉਸ ਵੇਲੇ ਕੁਲਦੀਪ ਮਾਨਕ ਸਾਹਿਬ ਦਾ ਬੇਟਾ ਯੁੱਧਵੀਰ ਮਾਨਕ, ਅਸੀਂ CM ਡੇ ਉੱਥੇ ਪਰਫਾਰਮ। ਮਾਸਟਰ ਸਲੀਮ ਸਾਹਿਬ ਵੀ ਸੀ ਜਿਹੜੇ ਸਿਲੈਕਟ ਹੋਏ ਸੀ ਤੁਹਾਡੇ ਨਾਲ, ਕਿਉਂਕਿ ਮੈਂ ਥੋੜਾ ਦੇਖ ਰਿਹਾ ਸੀ ਤੁਹਾਡੇ ਬਾਰੇ ਤੇ ਮੈਂ ਦੋ ਤਿੰਨ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਨਹੀਂ। ਉਸ ਤੋਂ ਬਾਅਦ ਜਦੋਂ 88 ਵਿੱਚ ਇਹ ਗੱਲ ਹੋਈ ਤਾਂ ਮੇਰੇ ਚਾਚਾ ਜੀ ਗਾਉਣ ਵਾਲੇ ਪਾਸੋਂ ਥੋੜਾ ਹਟ ਕੇ ਪੁਲਿਸ ਵਿੱਚ ਉਹਨਾਂ ਦੀ ਜੌਬ ਲੱਗ ਗਈ। ਫਰੀਦਕੋਟ ਉਹਨਾਂ ਦੀ ਜੌਬ ਸੀਗੀ। ਅੱਛਾ ਅੱਛਾ। ਤੇ ਬਿਲਕੁਲ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਇੱਕ ਚੁਬਾਰਾ ਸੀ, ਮਿਊਜ਼ਿਕ ਅਕੈਡਮੀ ਸੀ। ਉਹ ਮਿਊਜ਼ਿਕ ਅਕੈਡਮੀ ਜਿਹੜੀ ਸੀ, ਉਹ ਦੋ ਬੰਦੇ ਉੱਥੇ ਮਿਊਜ਼ਿਕ ਸਿਖਾਉਂਦੇ ਸੀ, ਜਨਾਬ ਨਿਰਮਲ ਸਿੱਧੂ ਸਾਹਿਬ ਤੇ ਕੁਲਵਿੰਦਰ ਕਮਲ।
ਤਾਂ ਮੇਰੇ ਚਾਚਾ ਜੀ ਪਿੰਡ ਆਏ, ਮੈਨੂੰ ਕਹਿੰਦੇ ਕਿ ਯਾਰ ਮੈਂ ਤੇਰੇ ਲਈ ਇੱਕ ਉਸਤਾਦ ਲੱਭਿਆ, ਤੂੰ ਮਿਹਨਤ ਕਰਿਆ ਕਰ। ਤਾਂ ਇਹਨਾਂ ਨੂੰ ਜਦੋਂ ਟਾਈਮ ਮਿਲਦਾ ਸੀ, ਇਹ ਉਹ ਗਾਉਣ ਵਾਲਾ ਬੰਦਾ ਪੁਲਿਸ ਵਿੱਚ ਹੈ, ਚਾਹੇ ਜਦੋਂ 5 ਮਿੰਟ ਵੀ ਮਿਲਦੇ, ਅੱਧਾ ਘੰਟਾ ਮਿਲਦਾ, ਸਿੱਧਾ ਚੁਬਾਰੇ ਵਿੱਚ ਕਿ ਉੱਥੇ ਗਾਵਾਂਗੇ ਜਾਂ ਗਾਉਣ ਸੁਣਾਂਗੇ। ਫਿਰ ਪੁਲਿਸ ਚੋਂ ਫਿਰ ਮਸਲਾ ਹੀ ਕੋਈ ਨਹੀਂ। ਜੀ ਸਹੀ ਹੈ। ਸੋ ਫਿਰ 89 ਵਿੱਚ ਮੈਂ ਅੰਦਰ ਦੀ ਅੰਦਰ ਇੱਕ ਧਾਰ ਲਿਆ ਸੀ ਕਿ ਨਿਰਮਲ ਸਿੱਧੂ ਸਾਹਿਬ ਕੋਲ ਮੈਂ ਮਿਊਜ਼ਿਕ ਬੜਾ ਬਹੁਤ ਵੱਡਾ ਨਾਂ ਹੈ ਜੀ। ਬਿਲਕੁਲ ਮੈਂ ਕਮਾਲ ਦੇ ਮਿਊਜ਼ਿਕ ਡਾਇਰੈਕਟਰ ਨੇ, ਕਮਾਲ ਦੇ ਸਿੰਗਰ ਨੇ। ਉਸ ਵੇਲੇ 89 ਵਿੱਚ ਉਹਨਾਂ ਦਾ ਇੱਕ ਗਾਣਾ ਰਿਲੀਜ਼ ਹੋਇਆ, ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾਣੀ ਕਦੇ ਕਦੇ ਖੇਡ ਲਿਆ ਕਰ। ਮੈਂ ਟੀਵੀ ਤੇ ਹੁੱਲੇ ਹੁਲਾਰੇ ਇੱਕ ਪ੍ਰੋਗਰਾਮ ਆਉਂਦਾ ਸੀ, ਮੈਂ ਦੇਖ ਰਿਹਾ, ਸ਼ਾਇਦ ਰੌਣਕ ਮੇਲਾ, ਔਰ ਮੈਂ ਨਾਲ ਦੀ ਨਾਲ ਅੰਦਰ ਦੀ ਇਹ ਸੋਚ ਰਿਹਾ ਕਿ ਵਾਓ, ਮੈਂ ਇਸ ਬੰਦੇ ਕੋਲ ਸਿੱਖਾਂਗਾ ਮਿਊਜ਼ਿਕ, ਇੰਨੇ ਕਮਾਲ ਦੇ ਆਰਟਿਸਟ ਨੇ। ਸੋ ਫਿਰ ਉਦੋਂ ਮੈਂ ਆਪਣੇ ਚਾਚਾ ਜੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਜਾਣਾ ਉੱਥੇ। ਸਹੀ ਹੈ। ਤਾਂ ਉਹਨਾਂ ਨੇ ਮੈਨੂੰ ਨਿਰਮਲ ਸਿੱਧੂ ਸਾਹਿਬ ਕੋਲ ਛੱਡਿਆ। ਔਰ ਉਸਤਾਦ ਮਤਲਬ ਨਿਰਮਲ ਸਿੱਧੂ ਸਾਹਿਬ ਹੋਏ ਜੀ, ਨਿਰਮਲ ਸਿੱਧੂ ਸਾਹਿਬ ਉਹਨਾਂ ਨੂੰ ਸੁਣਾਉਣ ਗਏ ਸੀ। ਉਸ ਵੇਲੇ ਨਿਰਮਲ ਸਿੱਧੂ ਸਾਹਿਬ ਨੇ ਇੱਕ ਖੋਜ ਕੀਤੀ ਸੀ ਕਿ ਬੱਚਿਆਂ ਦੀਆਂ ਐਲਬਮਸ ਕੀਤੀਆਂ ਜਾਣ। ਫਿਰ ਉਹਨਾਂ ਨੇ 3 ਬੱਚੇ ਰਿਕਾਰਡ ਕੀਤੇ, ਮਾਸਟਰ ਸਲੀਮ, ਮਾਸਟਰ ਖਾਨ ਤੇ ਮਾਸਟਰ ਦਿਲਖੁਸ਼। ਤੇ ਤੁਸੀਂ ਉਦੋਂ ਦੇ ਮਾਸਟਰ ਬਣੇ ਹੋ। ਜੀ, ਮੈਂ ਉਦੋਂ ਮਾਸਟਰ। ਅੱਛਾ ਨੈਣੀ ਜੀ, ਤੁਸੀਂ ਜ਼ਾਹਿਰ ਹੈ ਇਹ ਤੇ ਸ਼ੁਰੂ ਤੋਂ ਹੀ ਗਾਉਂਦੇ ਸੀ, ਤੇ ਤੁਸੀਂ ਇਹਨਾਂ ਦੇ ਨਾਲ ਸ਼ਾਦੀ ਦੇ ਬਾਅਦ ਸ਼ੁਰੂ ਕੀਤਾ ਜਾਂ ਪਹਿਲੇ ਤੁਸੀਂ ਗਾਉਂਦੇ ਸੀ? ਨਹੀਂ ਜੀ, ਮੈਂ ਵੀ 8 ਸਾਲ ਦੀ ਉਮਰ ਤੋਂ ਗਾਣਾ ਸ਼ੁਰੂ ਕਰਤਾ ਸੀ। ਮੈਂ ਕਲਾਸੀਕਲ 뮤직 ਦੇ ਵਿੱਚ ਐਮਏ ਕੀਤੀ ਹੋਈ ਹੈ। ਅੱਛਾ। ਹਾਂਜੀ। ਤੇ ਜਦੋਂ ਅਸੀਂ ਮਿਲੇ ਸੀ ਫਸਟ ਟਾਈਮ, ਉਦੋਂ ਇਹਨਾਂ ਨੇ ਮੈਨੂੰ ਰਿਕਾਰਡ ਕੀਤਾ ਸੀ। ਅੱਛਾ, ਮਤਲਬ ਐਜ਼ ਐਨ ਮਿਊਜ਼ਿਕ ਡਾਇਰੈਕਟਰ ਜਦੋਂ ਤੁਸੀਂ ਹੋਗੇ ਤੁਹਾਡੇ ਤੇ, ਬਲਕਿ ਮੈਂ ਸੁਣਿਆ 2 ਸਟੂਡੀਓ ਵੀ ਹੈ ਤੁਹਾਡੇ। ਜੀ, 2 ਸਟੂਡੀਓ ਜ਼ਬਰਦਸਤ ਕਿਸਮ ਦੇ ਉੱਥੇ ਬੜਾ। ਚੰਡੀਗੜ੍ਹ ਮੋਹਾਲੀ ਸਟੂਡੀਓ ਹੈ, ਔਰ ਦੂਸਰਾ ਮੇਰਾ ਛੋਟਾ ਬ੍ਰਦਰ ਹੈ, ਉਹ ਬਠਿੰਡੇ ਕੰਮ ਕਰਦਾ। ਸਹੀ, ਠੀਕ ਹੈ। ਅੱਛਾ, ਤੁਸੀਂ ਦੱਸ ਰਹੇ ਸੀ। ਹਾਂਜੀ, ਉਦੋਂ ਰਿਕਾਰਡ ਕੀਤਾ ਸੀ ਤੇ ਉਸ ਤੋਂ ਬਾਅਦ ਤਾਂ ਸਿਲਸਿਲਾ ਜਾਰੀ ਰਿਹਾ। ਸਿਲਸਿਲਾ ਜਾਰੀ ਰਿਹਾ ਔਰ ਸ਼ਾਦੀ ਹੋ ਗਈ। ਨਹੀਂ, ਵਿਆਹ ਤੋਂ ਬਾਅਦ ਵੀ ਜਾਰੀ ਰਿਹਾ ਮਤਲਬ। ਉਹ ਤਾਂ ਹੁਣ ਹੈ ਹੀ ਨਾ, ਜ਼ਾਹਿਰ ਹੈ ਉਹ ਤੇ ਹੈ। ਹਾਂਜੀ। ਤੇ ਤੁਸੀਂ ਮਤਲਬ ਐਜ਼ ਅ ਮਿਊਜ਼ਿਕ ਡਾਇਰੈਕਟਰ ਤੁਸੀਂ ਜ਼ਿਆਦਾ, ਤੁਹਾਨੂੰ ਲੱਗਦਾ ਹੀ ਹੈ ਸਿੰਗਰ ਅੱਛੇ ਲੱਗਦੇ ਜ਼ਿਆਦਾ? ਹੁਣ ਤਾਂ ਸਿੰਗਰ ਵੀ ਅੱਛੇ ਲੱਗਦੇ ਆ। ਅਗਰ ਤੁਸੀਂ ਤੀਜਾ ਸਵਾਲ ਪੁੱਛ ਲੈਂਦੇ ਐਕਟਰ ਵਾਲਾ, ਮਿਊਜ਼ਿਕ ਡਾਇਰੈਕਸ਼ਨ ਦੇਖੋ ਘਰ ਵਾਲਾ ਅੱਛਾ ਹੀ ਹੁੰਦਾ ਹੀ ਤਾਂ ਚੱਲ ਰਿਹਾ ਨਾ ਜੀ ਕੰਮ। ਚਲੋ ਗੱਲਾਂ ਬਾਤਾਂ ਚ ਮਜ਼ਾਕ ਵੀ ਹੋਣਾ ਜ਼ਰੂਰੀ ਜੀ। ਇਹ ਤੇ ਅੱਛਾ, ਤੁਸੀਂ ਫਿਰੋਜ਼ਪੁਰ ਨਾਲ ਤੁਹਾਡਾ ਤਾਲੁਕ ਹੈ ਔਰ ਜ਼ਾਹਿਰ ਹੈ ਪਾਕਿਸਤਾਨ ਇੰਡੀਆ 'ਚ ਬਹੁਤ ਸੇ ਲੋਕ ਗਏ ਆਏ। ਮੇਰੇ ਫੋਰਫਾਦਰਸ ਜਿਹੜੇ ਹੈ ਉਹ ਵੀ ਫਿਰੋਜ਼ਪੁਰ ਜ਼ਿਲ੍ਹਾ ਹਬੋਰ ਮੰਡੀ ਸੀ ਜਾਂ ਫਾਜ਼ਿਲਕਾ, ਤੁਸੀਂ ਗੱਲ ਕਰ ਰਹੇ ਸੀ। ਮੇਰੇ ਘਰ ਤੋਂ 60 ਕਿਲੋਮੀਟਰ ਦੂਰ ਹੈ। ਤੇ ਉਹ ਫਿਰ ਇਹੀ ਤਾਲੁਕ ਸੀ ਕਿ ਤੁਹਾਡੇ ਨਾਲ ਚਲੋ ਇਸ ਤਰ੍ਹਾਂ ਵੀ ਗੱਲ ਹੋ ਜਾਏਗੀ, ਉਹ ਸਿਲਸਿਲਾ ਹੋ ਜਾਏਗਾ। ਥੈਂਕ ਯੂ। ਇੰਟਰਨਲੀ ਜਿਹੜਾ ਹੁਣ ਬਹੁਤ ਸਾਰੇ ਮੌਸੀਕੀ ਸਾਡੇ ਗੁਲਕਾਰ ਵੀ ਉੱਥੇ ਜਾਂਦੇ ਹੈ ਔਰ ਕੁਝ ਉਧਰੋਂ ਵੀ ਇੱਥੇ ਆਉਂਦੇ ਹੈ ਜੀ। ਤੇ ਕਿਸੇ ਕੋਈ ਐਸਾ ਕੋਈ ਗੁਲਕਾਰ ਤੁਸੀਂ ਤੁਹਾਨੂੰ ਲੱਗਿਆ ਵੀ ਅੱਛਾ, ਕੋਈ ਮੁਤਾਸਿਰ ਹੋ ਕਿਸੇ ਪਾਕਿਸਤਾਨੀ ਗੁਲਕਾਰ ਤੋਂ? ਦੇਖੋ, ਮੈਂ ਇੱਕ ਗੱਲ ਅਕਸਰ ਕਹਿਣਾ ਹੁੰਦਾ ਕਿ ਪਾਕਿਸਤਾਨ ਵਿੱਚ ਗਾਣਾ ਬਹੁਤ ਜ਼ਿਆਦਾ ਹੈ ਇੰਡੀਆ ਨਾਲੋਂ। ਗਾਣਾ ਬਹੁਤ ਜ਼ਿਆਦਾ ਹੈ। ਹਾਂ, ਉਹ ਅਲੱਗ ਗੱਲ ਹੈ ਕਿ ਜੇ ਦੂਸਰੇ ਪਾਸੇ ਅਸੀਂ ਦੇਖੀਏ ਜੋ ਪ੍ਰੈਜੈਂਟੇਸ਼ਨ ਹੈ, ਗਾਣੇ ਨੂੰ ਪੇਸ਼ ਕਿੱਦਾਂ ਕੀਤਾ ਜਾਂਦਾ, ਉਹ ਬਾਲੀਵੁੱਡ ਵਰਗਾ ਜਾਂ ਪੰਜਾਬ ਵਰਗਾ, ਉਧਰ ਦੇ ਪੰਜਾਬ ਵਰਗਾ ਸ਼ਾਇਦ ਨਹੀਂ ਹੁੰਦਾ। ਪਾਕਿਸਤਾਨ ਵਿੱਚ ਗਾਣਾ ਬਹੁਤ ਜ਼ਿਆਦਾ, ਔਰ ਮੈਂ ਬਹੁਤ ਸਾਰੇ ਆਰਟਿਸਟਾਂ ਨੂੰ ਸੁਣਦਾ ਔਰ ਸਾਰੇ ਹੀ ਸੁਰੀਲਾ ਗਾਉਂਦੇ। ਨਹੀਂ ਹੈ ਠੀਕ ਹੈ, ਜ਼ਾਹਿਰ ਹੈ ਬੰਦਾ ਕਿਸੇ ਇੱਕ ਤਾਰੀਫ ਜਿਹੜੀ ਹੈ ਨਾ ਉਹ ਨਹੀਂ ਹੁੰਦੀ। ਅੱਛਾ, ਵੈਸੇ ਤੁਸੀਂ ਇੱਕ ਸਾਡੇ ਇੱਥੇ ਦੋਸਤ ਹੈ ਮੋਹਸਨ ਸ਼ੌਕਤ ਅਲੀ ਸਾਹਿਬ, ਉਹਨਾਂ ਦੇ ਵਾਲਿਦ ਸਾਹਿਬ ਸ਼ੌਕਤ, ਉਹਨਾਂ ਦੇ ਭਾਈ ਦੇ ਨਾਲ ਤੁਹਾਡਾ ਹੀ ਗਾਣਾ ਬੜਾ ਮਸ਼ਹੂਰ ਹੋਇਆ। ਜੀ ਬਿਲਕੁਲ। ਉਹ ਕਿਸ ਤਰ੍ਹਾਂ ਮਤਲਬ ਲਾਈਕ ਤੁਹਾਡਾ ਕਿਸ ਤਰ੍ਹਾਂ ਬਣਿਆ ਕਿ ਵੀ ਤੁਸੀਂ ਇੱਕ ਦੋਨੋਂ ਮੁਲਕਾਂ ਦਰਮਿਆਨ ਇੱਕ ਜਿਹੜਾ ਗਾਣਾ ਬਣਾਓ? ਉਹਦੀ ਲੰਬੀ ਸਟੋਰੀ ਹੈ। ਅਮੀਰ ਸ਼ੌਕਤ ਅਲੀ ਮੋਹਸਨ ਤੋਂ ਛੋਟੇ ਨੇ, ਜਿਹੜੇ ਸ਼ੌਕਤ ਅਲੀ ਸਾਹਿਬ ਦੇ ਫਰਜ਼ੰਦ ਨੇ। ਜੀ। ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀਗੀ 10-12 ਸਾਲ ਪਹਿਲਾਂ ਇੰਗਲੈਂਡ ਵਿੱਚ। ਉਹ ਇੰਗਲੈਂਡ 'ਚ ਹੀ ਰਹਿੰਦੇ ਜੀ। ਮੈਂ ਇੰਗਲੈਂਡ ਆਪਣਾ ਕੁਝ ਮਿਊਜ਼ਿਕ ਦਾ ਕੰਮ ਕਰਨ ਗਿਆ ਸੀ ਤੇ ਉਹ ਮੈਨੂੰ ਉੱਥੇ ਮਿਲੇ। ਮੈਨੂੰ 2-3 ਘੰਟੇ ਦੀ ਡਰਾਈਵ ਕਰਕੇ ਉਹ ਮਿਲਣ ਆਏ ਔਰ ਮੈਨੂੰ ਬਹੁਤ ਚੰਗਾ ਲੱਗਿਆ। ਉਸ ਤੋਂ ਬਾਅਦ ਫੋਨ ਤੇ ਚੱਲਦਾ ਰਿਹਾ, ਗੱਲਬਾਤ ਚੱਲਦੀ ਰਹੀ। ਬਾਅਦ ਵਿੱਚ ਉਹ 2-3 ਸਾਲ ਪਹਿਲਾਂ ਸ਼ਿਫਟ ਹੋ ਗਏ ਪਾਕਿਸਤਾਨ ਉਹ ਵਾਪਸ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਯਾਰ ਇੰਡੀਆ ਆਓ, ਤੁਸੀਂ ਇੰਨੇ ਅੱਛੇ ਆਰਟਿਸਟ ਹੋ, ਮੈਂ ਤੁਹਾਨੂੰ ਰਿਕਾਰਡ ਕਰਨਾ ਚਾਹੁੰਦਾ ਆਪਣੇ ਮਿਊਜ਼ਿਕ ਵਿੱਚ। ਚਲੋ, ਉਹਨਾਂ ਨੇ ਕੁਝ ਕੋਸ਼ਿਸ਼ ਕੀਤੀ ਜਾਂ ਜ਼ੋਰ ਲਗਾਇਆ ਤੇ ਗੱਲ ਬਣੀ ਨਹੀਂ ਇੰਡੀਆ ਆਉਣ ਦੀ। ਮੈਂ ਬਹੁਤ ਪਰੇਸ਼ਾਨ ਸੀ ਕਿ ਯਾਰ ਇਹ ਹੱਦਾਂ, ਇਹ ਸਰਹੱਦਾਂ ਇਹ ਕਿਉਂ ਨੇ, ਜਦੋਂ ਦੋਨਾਂ ਪਾਸੇ ਲੋਕ ਇੱਕੋ ਵਰਗੇ ਨੇ। ਜੇ ਕੋਈ ਪ੍ਰੋਬਲਮ ਹੈ ਤਾਂ ਉਹ ਸ਼ਾਇਦ ਹਕੂਮਤਾਂ ਦੀ ਹੈ, ਮੈਨੂੰ ਇਹ ਕਹਿਣ ਵਿੱਚ ਕੋਈ ਹਰਜ਼ ਨਹੀਂ ਹੈ। ਤੇ ਪਰੇਸ਼ਾਨ ਸੀ ਮੈਂ ਅੰਦਰੋਂ। ਇੱਕ ਮੇਰੇ ਕੋਲ ਗਾਣਾ 2-3 ਸਾਲ ਪਹਿਲਾਂ ਤੋਂ ਪਿਆ ਸੀ, ਹਰਦੀਪ ਗਿੱਲ ਸਾਹਿਬ ਦਾ ਲਿਖਿਆ ਹੋਇਆ, ਬਹੁਤ ਅੱਛੇ ਐਕਟਰ ਨੇ ਉਹ। ਤੇ ਉਹ ਗਾਣਾ ਮੈਂ ਕੰਪੋਜ਼ ਕੀਤਾ, ਨਾ ਅੰਮ੍ਰਿਤਸਰ ਦੀ ਅੱਖ ਭਰੇ ਨਾ ਰੋਵੇ ਕਦੀ ਲਾਹੌਰ, ਇੱਕ ਦੁਆ ਸੀਗੀ। ਸਹੀ। ਜਦੋਂ ਗਾਣਾ ਮੈਂ ਕੰਪੋਜ਼ ਕਰ ਲਿਆ, ਉਹਦਾ ਮਿਊਜ਼ਿਕ ਟਰੈਕ ਬਣ ਗਿਆ ਔਰ ਮੈਂ ਗਾ ਲਿਆ, ਕੰਪਲੀਟ ਹੋ ਗਿਆ,
ਤਾਂ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਕਿ ਯਾਰ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਹੈ, ਕਿਉਂ ਨਾ ਆਰਟਿਸਟ ਵੀ ਦੋਨਾਂ ਪੰਜਾਬਾਂ ਦੇ ਹੋਣ। ਦੈਨ ਮੈਂ ਅਮੀਰ ਨੂੰ ਗੱਲਬਾਤ ਤਾਂ ਹੁੰਦੀ ਸੀ, ਮੈਂ ਅਮੀਰ ਨੂੰ ਕਿਹਾ, ਮੈਂ ਕਿਹਾ ਅਮੀਰ ਇੱਕ ਮੈਂ ਚੀਜ਼ ਕਰਨ ਲੱਗਾ, ਜੇ ਤੁਸੀਂ ਮੇਰਾ ਸਾਥ ਦਿਓ ਤਾਂ ਆਪਾਂ ਇਕੱਠੇ ਕਰ ਲਈਏ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਮੈਨੂੰ ਗਾਣਾ ਭੇਜੋ। ਫਿਰ ਮੈਂ ਗਾਣਾ ਭੇਜਿਆ। ਫਿਰ ਅਮੀਰ ਦੀ ਜਿਹੜੀ ਵੋਕਲ ਉਹ ਲਾਹੌਰ ਦੇ ਸਟੂਡੀਓ ਵਿੱਚ ਰਿਕਾਰਡ ਕੀਤੀ, ਔਰ ਜਦੋਂ ਰਿਕਾਰਡ ਕਰਦੇ ਸੀ ਤਾਂ ਮੈਂ ਵੀਡੀਓ ਕਾਲ ਤੇ ਸੁਣਦਾ ਸੀ ਕਿ ਨਹੀਂ ਇੱਥੇ ਇਦਾਂ ਕਰਨਾ, ਇੱਥੇ ਇਹ ਚਾਹੀਦਾ, ਕਿਉਂਕਿ ਲਫ਼ਜ਼ਾਂ ਦੀ ਵੀ ਕਈ ਥਾਵਾਂ ਤੇ ਪ੍ਰੋਬਲਮ ਆਉਂਦੀ ਹੈ। ਉਧਰ ਦੀ ਬੋਲੀ ਤੇ ਇਧਰ ਦੀ ਬੋਲੀ 'ਚ ਥੋੜਾ ਫਰਕ ਹੈ, ਹਾਲਾਂਕਿ ਮੇਰੀ ਬੋਲੀ ਤਾਂ ਬਹੁਤ ਪਾਕਿਸਤਾਨ ਨਾਲ ਮਿਲਦੀ ਹੈ। ਸਹੀ ਹੈ, ਬਾਰਡਰ ਦੇ ਨਾਲ ਉਹ ਕਹਿੰਦੇ ਹਵਾ 'ਚ ਵੀ ਅਸਰ ਹੁੰਦਾ। ਸੋ ਫਿਰ ਉਹ ਗਾਣਾ ਰਿਕਾਰਡ ਕਰ ਲਿਆ, ਗਾਣਾ ਬਹੁਤ ਅੱਛਾ ਬਣ ਗਿਆ, ਲੇਕਿਨ ਸਾਡੇ ਲਈ ਇੱਕ ਨਵੀਂ ਪ੍ਰੋਬਲਮ ਖੜੀ ਹੋ ਗਈ, ਉਹਦਾ ਵੀਡੀਓ ਸ਼ੂਟ ਕਰਨਾ ਕਿੱਦਾਂ ਕਰੀਏ। ਦੈਨ ਫਿਰ ਅਮੀਰ ਦਾ ਜਿਹੜਾ ਵੀਡੀਓ ਦਾ ਪਾਰਟ ਸੀ ਉਹ ਲਾਹੌਰ ਸ਼ੂਟ ਕੀਤਾ ਗਿਆ, ਔਰ ਮੇਰਾ ਪਾਰਟ ਜੋ ਅੰਮ੍ਰਿਤਸਰ ਸ਼ੂਟ ਕੀਤਾ ਗਿਆ। ਲੇਕਿਨ ਜੋ ਗਾਣੇ ਦੀ ਸਟੋਰੀ ਸੀ ਉਹਦੇ ਲਈ ਅਸੀਂ ਇੱਕ ਤੀਸਰੀ ਜਗ੍ਹਾ ਚੁਣੀ, ਜਿਹਨੂੰ ਮਿੰਨੀ ਪਾਕਿਸਤਾਨ ਕਹਿੰਦੇ ਨੇ ਸਾਡੇ ਵੱਲ, ਮਲੇਰਕੋਟਲਾ। ਅੱਛਾ, ਸਹੀ। ਮਲੇਰਕੋਟਲਾ ਐਸੀ ਜਗ੍ਹਾ, ਉੱਥੇ ਸਾਰੀ ਉਹੀ ਪੁਰਾਣਾ ਮਸਜਿਦ ਵਗੈਰਾ, ਜੋ ਵੀ ਮੁਸਲਮ ਕਮਿਊਨਿਟੀ ਉੱਥੇ ਬਹੁਤ ਜ਼ਿਆਦਾ ਹੈ। ਅੱਛਾ, ਉਦਾਂ ਦੇ ਪੁਰਾਣੇ ਘਰ, ਕਿਉਂਕਿ ਉਹ ਉੱਥੇ ਚੇਂਜਸ ਨਹੀਂ ਆਈਆਂ ਬਹੁਤ ਜ਼ਿਆਦਾ, ਠੀਕ ਹੈ, ਉਵੇਂ ਦਾ ਉਵੇਂ ਜਿਵੇਂ ਜੋ ਜਿਸ ਵੇਲੇ ਉੱਥੋਂ ਛੱਡ ਕੇ ਆਏ ਹੋਣਗੇ ਉਸ ਤਾਂ ਤਕਰੀਬਨ। ਫਿਰ ਅਸੀਂ ਉਸ ਜਗ੍ਹਾ ਤੇ ਉਹਦੀ ਸਟੋਰੀ ਸ਼ੂਟ ਕੀਤੀ। ਤੁਹਾਨੂੰ ਕੋਈ ਯਾਦ ਹੈ ਕਿ ਬੋਲ ਹੁੰਦੇ? ਜੀ ਬਿਲਕੁਲ, ਮੈਂ ਸੁਣਾ ਦੇਣਾ। ਫੇਰ ਕਦੇ ਨਾ ਪਵੇ ਦੇਖਣਾ ਦੁੱਖ ਦਾ ਕਾਲਾ ਦੌਰ, ਨਾ ਅੰਮ੍ਰਿਤ ਸਰਦੀ ਅੱਖ ਪਰੇ, ਨਾ ਰੋਵੇ ਕਦੀ ਲਾਹੌਰ, ਨਾ ਅੰਮ੍ਰਿਤ ਸਰਦੀ ਅੱਖ ਪਰੇ, ਨਾ ਰੋਵੇ ਕਦੀ ਲਾਹੌਰ, ਮਾਲਕਾ ਮੇਰ ਕਰੀ। ਇਸ ਗਾਣੇ ਦਾ ਇੱਕ ਅੰਤਰਾ ਹੈ, ਜਿੱਦਾਂ ਪਾਕਿਸਤਾਨ ਦੇ ਸਾਰੇ ਲੋਕ ਅਜਮੇਰ ਸ਼ਰੀਫ ਜਾਣ ਨੂੰ ਤਰਸਦੇ ਨੇ, ਵੀਜ਼ੇ ਦੀ ਪ੍ਰੋਬਲਮ ਆਉਂਦੀ ਹੈ। ਇੰਡੀਆ ਵਾਲੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਨਨਕਾਣਾ ਸਾਹਿਬ ਆਉਣਾ ਚਾਹੁੰਦੇ ਨੇ, ਲੇਕਿਨ ਬਹੁਤ ਸਾਰਿਆਂ ਨੂੰ ਵੀਜ਼ਾ ਨਹੀਂ ਮਿਲਦਾ। ਤਾਂ ਇਹਦੇ ਵਿੱਚ ਇੱਕ ਬਹੁਤ ਅੱਛਾ ਅੰਤਰਾ ਲਿਖਿਆ ਰਾਈਟਰ ਨੇ। ਸਾਡੀ ਵਿੱਚ ਹਯਾਤੀ ਭਰਦੇ ਮੌਲਾ ਰੰਗ ਸੁਹਾਣੇ, ਉਹ ਆਮਨ ਅਜਮੇਰ ਅਸੀਂ ਵੀ ਜਾਈਏ ਨਨਕਾਣੇ, ਉਹ ਆਵਣ ਅਜਮੇਰ ਅਸੀਂ ਵੀ ਜਾਈਏ ਨਨਕਾਣੇ, ਟੱਪ ਸਰਹੱਦਾਂ ਏਦਾਂ ਜਾਈਏ ਜਾਂਦੇ ਜਿਵੇਂ ਜਨੌਰ, ਨਾ ਅੰਮ੍ਰਿਤ ਸਰਦੀ ਅੱਖ ਪਰੇ, ਨਾ ਰੋਵੇ ਕਦੀ ਲਾਹੌਰ, ਨਾ ਅੰਮ੍ਰਿਤ ਸਰਦੀ ਅੱਖ ਪਰੇ, ਨਾ ਰੋਵੇ ਕਦੀ ਲਾਹੌਰ, ਮਾਲਕਾ ਮੇਰ ਕਰੀ, ਦਾਤਿਆ ਮੇਰ ਕਰੀ। ਥੈਂਕ ਯੂ। ਆਈਡੀਆ ਇਹਦੇ 'ਚ ਦਿੱਤਾ ਕਿ ਕਿਉਂਕਿ ਜਾਨਵਰ ਨੂੰ ਨਹੀਂ ਪਤਾ ਹੁੰਦਾ ਕਿ ਸਰਹੱਦ ਕਿਹੜੀ ਹੈ, ਕਿੱਥੇ ਉਹ ਦੁਆ ਸੀ। ਇਹ ਨਾ ਗਾਣਾ ਮੇਰਾ ਹੈ, ਨਾ ਅਮੀਰ ਦਾ ਗਾਣਾ ਹੈ, ਇਹ ਹਰ ਘਰ ਦਾ ਗਾਣਾ ਹੈ। ਅੱਛਾ, ਵੈਸੇ ਹੁਣ ਜ਼ਾਹਿਰ ਹੈ ਸਿਆਸਤ ਬਹੁਤ ਜ਼ਿਆਦਾ ਹੈ, ਬਾਜ਼ ਚੀਜ਼ਾਂ 'ਚ ਇਹਤਿਆਤ ਵੀ ਕਰਨੀ ਪੈਂਦੀ ਗੁਫ਼ਤਗੂ ਦੌਰਾਨ ਵੀ, ਜ਼ਾਹਿਰ ਹੈ। ਵੈਸੇ ਓਵਰਆਲ ਜਿਹੜੀ ਇੰਡੀਅਨ ਉੱਥੇ ਆਬਾਦੀ ਹੈ, ਲੋਕ ਰਹਿੰਦੇ ਹੈ, ਪਾਕਿਸਤਾਨ ਦੇ ਬਾਰੇ 'ਚ ਕੀ ਉਹ ਸੋਚਦੇ ਹੈ? ਲਾਈਕ ਜਿਹੜਾ ਵੈਸੇ ਤਾਂ ਅਸੀਂ ਬਹੁਤ ਸਾਰੀ ਚੀਜ਼ਾਂ ਖਬਰਾਂ ਦੇ ਇੱਕ ਵਾਰ ਹਰ ਚੀਜ਼ ਆਉਂਦੀ ਹੈ। ਮੈਂ ਅੱਜ ਗੱਲ ਸ਼ੇਅਰ ਕਰਨ ਲੱਗਾ, ਮੈਨੂੰ ਅਮੀਰ ਦਾ ਹੀ ਫੋਨ ਆਇਆ ਕਿ ਪਰੇਸ਼ਾਨ ਸੀ ਉਹ, ਕਿ ਅੱਜ ਮੈਂ ਯਾਰ ਬਹੁਤ ਗੁੱਸੇ ਵਿੱਚ। ਮੈਂ ਕਿਹਾ ਕੀ ਹੋਇਆ? ਕਹਿੰਦਾ ਕਿ ਜਦੋਂ ਇੰਡੀਆ ਤੋਂ ਕੋਈ ਲੋਕ ਆਉਂਦੇ ਆ, ਚਾਹੇ ਉਹ ਕੈਨੇਡਾ ਰਹਿਣ ਵਾਲੇ ਲੋਕ ਹੋਣ, ਇੰਡੀਅਨ ਲੋਕ ਹੋਣ, ਜਾਂ ਕੋਈ ਵੀ ਉਧਰ ਦੇ ਪੰਜਾਬ ਦੇ ਲੋਕ, ਕਹਿੰਦੇ ਅਸੀਂ ਉਹਨਾਂ ਨੂੰ ਸਿਰ ਤੇ ਚੱਕ ਲੈਂਦੇ ਹਾਂ, ਉਹਨਾਂ ਦੇ ਪੈਰ ਥੱਲੇ ਨਹੀਂ ਲੱਗਣ ਦਿੰਦੇ, ਅਸੀਂ ਆਪਣੇ ਵੱਲੋਂ ਖੁੱਲ ਕੇ ਸੇਵਾ ਕਰਦੇ ਹਾਂ ਸਾਰਾ। ਕੀ ਉਹ ਬੰਦੇ ਆਪਣੇ ਦੇਸ਼ ਜਾ ਕੇ ਇੱਕ ਵੀਡੀਓ ਵੀ ਨਹੀਂ ਪਾ ਸਕਦੇ ਕਿ ਸਾਨੂੰ ਇੰਨਾ ਪਿਆਰ ਮਿਲਿਆ? ਔਰ ਉਹ 100% ਸਹੀ ਸੀਗਾ। ਸਾਡੇ ਸਾਹਮਣੇ ਜਦੋਂ ਸੌਰੀ ਮੈਂ ਇੱਕ ਹੋਰ ਗੱਲ ਕਹਿਣੀ ਹੈ, ਉਹ ਮੀਡੀਆ ਦੇ ਖਿਲਾਫ ਹੈ, ਲੇਕਿਨ ਮੈਂ ਕਹਿਣੀ ਚਾਹਣਾ ਕਿਉਂਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ, ਜਦੋਂ ਅਸੀਂ ਇੱਥੇ ਆਉਣੇ ਇੱਥੋਂ ਨਾਲੋਂ ਵੀ ਵੱਧ ਯੂਕੇ ਵਿੱਚ, ਜਦੋਂ ਅਸੀਂ ਉੱਥੇ ਟੀਵੀ ਦੇਖਦੇ ਹਾਂ, ਕੋਈ ਵੀ ਚੈਨਲ ਦੇਖਦੇ ਹਾਂ, ਸਾਨੂੰ ਇਹ ਲੱਗਦਾ ਕਿ ਨਾ ਤਾਂ ਜਾਂਦਿਆਂ ਨੂੰ ਪਾਕਿਸਤਾਨ 'ਚ ਕੁਝ ਬਚਿਆ ਹੋਣਾ ਤੇ ਨਾ ਹੀ ਇੰਡੀਆ 'ਚ ਬਚਿਆ ਹੋਣਾ। ਇਹ ਸੱਚਾਈ ਹੈ। ਇਹੋ ਜਿਹੇ ਹਾਲਾਤ ਉੱਥੇ ਹੋਏ ਹੋਏ, ਮਤਲਬ ਇਹੋ ਜਿਹੇ ਹਾਲਾਤ ਨਹੀਂ, ਖਬਰ ਹੀ ਏਦਾਂ ਆਉਂਦੀ ਹੈ, ਖਬਰ ਹੀ ਏਦਾਂ ਆਉਂਦੀ ਹੈ। ਮੈਨੂੰ ਮੈਂ ਆਇਆ ਹੋਇਆ ਔਰ ਮੈਨੂੰ ਏਦਾਂ ਲੱਗਦਾ ਕਿ ਮੈਂ ਇੰਡੀਆ ਜਾਣਾ, ਮੇਰੇ ਜਾਂਦਿਆਂ ਨੂੰ ਟੱਬਰ ਸਾਰਾ ਮੇਰਾ ਪਰਿਵਾਰ ਮਰ ਗਿਆ ਹੋਣਾ, ਉਹ ਨਹੀਂ ਰਿਹਾ ਹੋਣਾ, ਲੇਕਿਨ ਉੱਥੇ ਜਾਂਦੇ ਆ ਸ਼ਾਂਤੀ ਹੁੰਦੀ ਹੈ। ਸੋ ਥੋੜਾ ਜਿਹਾ ਮੀਡੀਆ ਵਿੱਚ ਵੀ ਸਾਡੇ ਭੈਣ ਭਰਾ ਨੇ, ਉਹਨਾਂ ਨੂੰ ਵੀ ਚਾਹੀਦਾ ਯਾਰ ਨਹੀਂ
ਹਰ ਇੱਕ ਚੀਜ਼ ਪੈਸਾ ਨਹੀਂ ਹੁੰਦੀ, ਅਸੀਂ ਮਿਲਾਉਣ ਦੀ ਹੀ ਗੱਲ ਕਰੀਏ। ਸੋ ਮੇਰੇ ਖਿਆਲ ਮੁਤਾਬਕ ਦੋਨਾਂ ਦੇਸ਼ਾਂ ਵਿੱਚ ਅਗਰ ਕੋਈ ਆਉਂਦਾ ਹੈ, ਸਾਡੇ ਕੋਲ ਵੀ ਆਰਟਿਸਟ ਆਉਂਦੇ ਨੇ, ਸਾਡੇ ਕੋਲ ਮੈਨੂੰ ਯਾਦ ਹੈ ਇੱਕ ਵਾਰ 2004-5 ਵਿੱਚ ਸ਼ਾਇਦ ਇੰਡੀਆ ਪਾਕਿਸਤਾਨ ਦਾ ਮੈਚ ਸੀ ਮੋਹਾਲੀ, ਔਰ ਮੇਰੇ ਘਰ 10-11 ਬੰਦੇ ਰੁਕੇ ਸੀ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਸੀ। ਸਹੀ, ਕਿਉਂਕਿ ਹਰ ਚੀਜ਼ ਹੋਟਲ ਹਰ ਚੀਜ਼ ਬਿਲਕੁਲ ਸਾਰਾ ਬੁੱਕ ਹੋ ਗਿਆ। ਔਰ ਮੈਨੂੰ ਅਸੀਂ ਉਦੋਂ ਮੇਰੀ ਮੈਰਿਜ ਨਹੀਂ ਹੋਈ ਸੀ, ਦੋਨੋਂ ਭਰਾ ਇਕੱਠੇ ਰਹਿੰਦੇ ਸੀ ਥੱਲੇ। ਤਾਂ ਮੈਨੂੰ ਮਾਰਕੀਟ ਵਿੱਚ ਭਾਈ ਸਾਹਿਬ, ਮੈਨੂੰ ਨਾਮ ਵੀ ਨਹੀਂ ਪਤਾ ਉਹਨਾਂ ਦਾ ਕੌਣ ਸੀ, ਉਹ ਮਿਲੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਗੱਲਾਂ ਬਾਤਾਂ ਹੋਣ ਲੱਗ ਗਈਆਂ, ਤੇ ਉਹ ਕਹਿੰਦੇ ਕਿ ਪਰੇਸ਼ਾਨ ਆ, ਸਾਨੂੰ ਕੋਈ ਰਹਿਣ ਨੂੰ ਜਗ੍ਹਾ ਨਹੀਂ ਮਿਲ ਰਹੀ। ਔਰ ਮੈਨੂੰ ਯਾਦ ਹੈ ਕਿ 7-8 ਦਿਨ ਉਹ ਮੇਰੇ ਘਰੇ ਰਹੇ। ਮੈਂ ਕਿਹਾ ਵੀ ਗੱਲ ਇਹ ਹੈ, ਆਪੇ ਬਣਾਉਣਾ ਆਪੇ ਖਾਣਾ, ਕਿਉਂਕਿ ਅਸੀਂ ਛੜੇ ਰਹਿੰਦੇ ਹਾਂ ਨਾ, ਸਾਡੇ ਕੋਲ ਕੋਈ ਅਸੀਂ ਦੋਨੋਂ ਭਰਾ ਰਹਿੰਦੇ ਸੀ, ਕੋਈ ਲੇਡੀ ਰੋਟੀ ਬਣਾਉਣ ਵਾਲੀ ਨਹੀਂ, ਕੋਈ ਜੋ ਜਿਹਾ ਸਾਨੂੰ ਬਣਾਉਣਾ ਹੁੰਦਾ ਅਸੀਂ ਬਣਾਵਾਂਗੇ ਨਾਲ। ਔਰ ਅਸੀਂ ਬਹੁਤ ਪਿਆਰ ਨਾਲ ਹੋ ਰਹੇ, ਬਹੁਤ ਮਜ਼ਾ ਆਇਆ। ਸੋ ਐਸਾ ਕੁਝ ਨਹੀਂ ਹੈ, ਅਸੀਂ ਵੀ ਜਿਹੜੇ ਇੰਡੀਆ ਤੋਂ ਵੀ ਉਧਰ ਜਾਂਦੇ ਨੇ ਉਹਨਾਂ ਦੀ ਵੀ ਉਹ ਦਿਲ ਖੋਲ ਕੇ ਆਓ ਭਗਤ ਕਰਦੇ। ਔਰ ਮੇਰੇ ਖਿਆਲ ਮੁਤਾਬਕ ਜੇ ਅਸੀਂ ਕਿਤੇ ਜਾਂਦੇ ਆ ਤਾਂ ਸਾਨੂੰ ਉਹ ਦੱਸਣਾ ਵੀ ਚਾਹੀਦਾ ਕਿ ਮੇਰੇ ਨਾਲ ਉੱਥੇ ਇਦਾਂ ਦਾ ਵਤੀਰਾ ਹੋਇਆ, ਔਰ ਉਹਦਾ ਪੋਜ਼ਿਟਿਵ ਰਿਸਪੌਂਸ ਮਿਲੇਗਾ। ਚਲ ਅੱਛੀ ਗੱਲ ਹੈ ਜੀ। ਮੈਨੀ ਜੀ ਇਹ ਮਤਲਬ ਇੱਕ ਤੁਹਾਡੀ ਸ਼ਾਦੀ ਤੋਂ ਪਹਿਲੇ ਬੜੇ ਪਪੂਲਰ ਹੋ ਗਏ ਸੀ ਕਿ ਨਹੀਂ ਹੋਏ ਸੀ, ਤੁਸੀਂ ਜ਼ਿਆਦਾ ਪਪੂਲਰ ਸੀ? ਨਹੀਂ, ਮੈਂ ਤਾਂ ਵਿਆਹ ਤੋਂ ਬਾਅਦ ਹੀ ਇਹਨਾਂ ਨੇ ਪਪੂਲਰ ਕੀਤਾ ਮੈਨੂੰ। ਅੱਛਾ, ਇਹ ਹੁਣ ਥੋੜਾ ਮਸਲਾ ਹੋ ਜਾਂਦਾ ਹੈ ਕਿ ਮਤਲਬ ਇੱਕ ਪਪੂਲਰ ਹੋਵੇ, ਸ਼ੋਹਰ ਵੀ ਪਪੂਲਰ ਹੋਵੇ, ਤੇ ਜਿਹੜਾ ਬੰਦਾ ਟੈਲੈਂਟ ਵੀ ਹੋਵੇ ਤਾਂ ਸਾਹਮਣੇ ਆਂਦਾ ਨਹੀਂ। ਕੋਈ ਇਸ ਤਰ੍ਹਾਂ ਹੈ ਜੀ ਕੋਈ? ਇਹ ਨਹੀਂ ਨਹੀਂ, ਦੇਖੋ ਜੀ, ਪਪੂਲਰ ਮੈਂ ਸੀ ਜਾਂ ਕੋਈ ਸੀ, ਮਗਰ ਮੈਨੂੰ ਹੀ ਲੱਗਣਾ ਪਿਆ। ਲੇਕਿਨ ਜ਼ਾਹਿਰ ਹੈ ਇੱਕ ਇਹ ਹੁੰਦਾ ਕਿ ਚਲੋ ਤੁਸੀਂ ਗਾਈਡੈਂਸ ਤੇ ਦੇ ਦਿੱਤੀ, ਪਲੇਟਫਾਰਮ ਦੇ ਦਿੱਤਾ, ਲੇਕਿਨ ਬਾਅਦ ਬਾਅਦ ਇੱਕ ਕਹਿੰਦੇ ਨੇ ਵੱਡਾ ਦਰਖਤ ਹੋਵੇ ਤੇ ਉਸਦੇ ਥੱਲੇ ਜਿਹੜਾ ਛੋਟਾ ਦਰਖਤ ਹੁੰਦਾ ਉਹਦੇ ਥੋੜਾ ਮੁਸ਼ਕਿਲ ਜ਼ਰੂਰ ਹੁੰਦੀ ਹੈ। ਨਹੀਂ, ਇਦਾਂ ਦਾ ਕੁਝ ਨਹੀਂ। ਕਿਉਂਕਿ ਤੁਹਾਡਾ ਨਾਮ, ਤੁਹਾਡਾ ਐਜ਼ ਐਨ ਉਹ ਵਾਸਤੇ ਇਹਨਾਂ ਦੀ ਆਪਣੀ ਸ਼ਨਾਖਤ, ਆਈਡੈਂਟੀਫਿਕੇਸ਼ਨ ਥੋੜੀ ਮੁਸ਼ਕਿਲ ਹੋ ਜਾਂਦੀ ਹੈ ਨਾ। ਮੈਂ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦੱਸਦਾ ਕਿ ਫਸਟ ਟਾਈਮ ਇਹਨਾਂ ਨੇ ਮੇਰੇ ਨਾਲ ਕੈਨੇਡਾ ਚ ਗਾਇਆ। ਸਾਡਾ ਅੱਜ ਤੱਕ ਦੋਨਾਂ ਦਾ ਕੋਈ ਡੂਐਟ ਰਿਕਾਰਡ ਹੋਈ ਨਹੀਂ। ਅੱਛਾ, ਜਿਹੜਾ ਮੇਰੇ ਗਾਣੇ ਹੋਏ ਆ, ਹੋਰ ਜਿੰਨੇ ਵੀ ਗਾਣੇ ਮੈਂ ਰਿਕਾਰਡ ਕੀਤੇ ਨੇ ਹੋਰ ਸਿੰਗਰਾਂ ਨਾਲ ਕੀਤੇ। ਆਪਣੇ ਸਾਰੇ ਹੁਣ ਤੁਸੀਂ ਐਜ਼ ਐਨ ਮਿਊਜ਼ਿਕ ਡਾਇਰੈਕਟਰ, ਮੈਂ ਮਿਊਜ਼ਿਕ ਡਾਇਰੈਕਟਰ ਹਾਂ, ਸਿੰਗਰ ਆਇਆ ਕਿ ਗਾਣਾ ਰਿਕਾਰਡ ਕਰਨਾ ਹੈ, ਅੱਛਾ ਗਾਣਾ, ਅੱਛਾ ਕਨਸੈਪਟ ਹੈ, ਹਾਂ ਪੈਸੇ ਵੀ ਮਿਲ ਰਹੇ ਨੇ, ਸਭ ਕੁਝ ਮਿਲ ਰਿਹਾ, ਤਾਂ ਠੀਕ ਹੈ, ਓਕੇ, ਮਿੰਨੀ ਤੋਂ ਗਵਾ ਦਿੰਦੇ ਆ। ਸਹੀ ਹੈ, ਠੀਕ ਹੈ, ਬਿਲਕੁਲ ਸਹੀ ਹੈ। ਉਹਨਾਂ ਦੀ ਡਿਮਾਂਡ ਵੀ ਹੁੰਦੀ ਸੀ ਕਿ ਭਾਜੀ ਅਗਰ ਤੁਸੀਂ ਠੀਕ ਸਮਝਦੇ ਹੋ ਤਾਂ ਗਵਾ ਦਿਓ। ਕੈਸੇ ਸਿੰਗਰ ਐਜ਼ ਐਨ ਮਿਊਜ਼ਿਕ ਡਾਇਰੈਕਟਰ ਤੁਸੀਂ ਅਗਰ ਇਹਨਾਂ ਨੂੰ ਮਤਲਬ ਐਨਾਲਾਈਜ਼ ਕਰੋ, ਕੈਸੇ ਸਿੰਗਰ? ਮੇਰੇ ਨਾਲੋਂ ਅੱਛਾ ਗਾਉਂਦੇ। ਅੱਛਾ, ਚਲੋ ਸਹੀ। ਤੇ ਮਤਲਬ ਤੁਸੀਂ ਕੁਝ ਗਾਓਗੇ, ਗੁਨਗੁਨਾ ਸਕਦੇ ਹੋ ਇਸ ਵਕਤ ਅਗਰ ਆਸ ਮਿਲ ਜਾਏ? ਚਲੋ ਪਲੀਜ਼। ਮੈਂ ਪੰਜਾਬ ਦਾ ਹੀ ਫੋਕ ਜ਼ਰੂਰ ਸੁਣਾਉਂਦੀ ਹਾਂ। ਮਿੱਟੀ ਦਾ ਬਾਵਾ ਮੈਂ ਬਣਾਉਣੀਆਂ, ਮਿੱਟੀ ਦਾ ਬਾਵਾ ਬਣਾਉਣੀਆਂ, ਵੇ ਝੱਗਾ ਪਾਉਣੀਆਂ, ਵੇ ਉੱਤੇ ਦੇਨੀਆਂ ਖੇਸੀ, ਨਾਰੋ ਮਿੱਟੀ ਦਿਆ ਬਾਵਿਆ, ਓਏ ਤੇਰਾ ਪਿਓ ਪਰਦੇਸੀ, ਨਾਰੋ ਮਿੱਟੀ ਦਿਆ ਬਾਵਿਆ, ਓਏ ਤੇਰਾ ਪਿਓ ਪਰਦੇਸੀ। ਮਿੱਟੀ ਦਾ ਬਾਵਾ ਨਹੀਂਓ ਬੋਲਦਾ, ਮਿੱਟੀ ਦਾ ਬਾਵਾ ਨਹੀਂਓ ਬੋਲਦਾ, ਵੇ ਨਹੀਂਓ ਚਾਲਦਾ, ਵੇ ਨਹੀਂਓ ਪਰਦਾ ਹੁੰਗਾਰਾ, ਨਵਾਉਣ ਲੱਗੀ ਦਾ ਖੁਰ ਗਿਆ ਨੀ ਮੇਰਾ ਮਿੱਟੀ ਦਾ ਬਾਵਾ, ਨਵਾਉਣ ਲੱਗੀ ਦਾ ਖੁਰ ਗਿਆ ਨੀ ਮੇਰਾ ਮਿੱਟੀ ਦਾ ਬਾਵਾ। ਅਸੀਂ ਇੱਕ वक्फा लेने हैं, उसके बाद गुफ्तगू जारी रखेंगे। नाज़रीन इकराम, ये बहुत से लफ्ज़ ऐसे हैं शायद आपके लिए नए हों, मेरे लिए नए नहीं हैं, इनके लिए नए नहीं हैं। जो लोग गांव में रहते हैं, जो या हमारी उम्र के हैं, उनको मिट्टी दबावा जो है वो हमें तो याद है। खेस लोगों को शायद नाम याद ना हो, खेसी या खेस जो है, जब गर्मियों में या हल्की सर्दियों में जब छत पे सोते थे तो पाइंती पे खेस होता था और सर के ऊपर सराहना होता था, और इस तरह ज़िंदगी गुजरी। ये चीज़ें जो अपनी रवायत के साथ जुड़ना, ये बड़ा इंपॉर्टेंट है। अब आजकल के बच्चों को शायद चीज़ों का ही पता नहीं है, उन्होंने तो छत ही नहीं देखी, उन्होंने तो आसमान नहीं देखा, उन्होंने तारे नहीं देखे, उन्होंने रात को कभी बिस्तर के साथ रेडियो रख के गाने नहीं सुने हैं, ना ही उनको वो चीज़, ये इलेक्ट्रॉनिक जब आ गए, गैजेट्स आ गए, चीज़ें आ गई, उसने क्या किया, उसने सहूलत तो दे दी,
लेकिन उसने ज़िंदगी की जो खुशियाँ, छोटी छोटी खुशियाँ, उसने वो चीज़ें हैं वो हमसे शायद छीन ली हैं और शायद कभी भी वापस नहीं आएंगी, क्योंकि जिस तरह बच्चे बड़े होते हैं उन्होंने जिस तरह देखा उन्होंने उस तरह ही आगे जाना है। लेकिन ये रवायत जो है इसको ज़िंदा रखना ज़रूरी है, इन चीज़ों को आप तक पहुँचाना ज़रूरी है। कमर्शियल ब्रेक लेते हैं, उसके बाद प्रोग्राम में वापस आएंगे। स्टे ट्यून्ड। Thinking of buying, selling, or investing in real estate, whether it be residential, commercial, or pre-construction, Arshad Bhatti and his team of professionals can help. We have guaranteed allocations in high-rise and low-rise pre-construction projects in and around the GTA. Call Arshad Bhatti at 416-300-5600. That's 416-300-5600 or register at arshadbhatti.com. Years ago, an elderly immigrant couple dreamed of serving the poor, a halal food bank serving needy families, delivering food to the homeless, a free clinic for those without health coverage, a shelter for abused women and children. Since 1993, we've been serving people in need. Muslim Welfare Center. Service to humanity is service to Allah. Injuries not only impact you, but also people around you. Life is better than this. Let's get your life back. The injury lawyers at Alam Law will use their years of experience to handle your claim so that you can focus on your recovery. And remember, you don't pay until we win. Alam Law. उरूज फाइनेंशियल के जाहिद सैयद लाए आपके फैमिली और फ्रेंड्स के लिए ट्रैवल एंड विजिटर्स इंश्योरेंस, जो दे आपको बेस्ट प्लान एट बेस्ट प्राइस, महाना पेमेंट्स प्लान फॉर सुपर वीजा इंश्योरेंस और क्लेम में मदद, आपके बेहतर मुस्तकबिल की जमानत। Uruj Financial. उरूज फाइनेंशियल के जाहिद सैयद लाए आपके मॉर्गेज डेट के लिए लाइफ इंश्योरेंस एंड इन केस ऑफ डिसेबिलिटी मंथली पेमेंट प्लान, जो आपकी फैमिली को दे बेनिफिट, ना कि आपके बैंक को। आपके बेहतर मुस्तकबिल की जमानत। Uruj Financial. Dixie Electronics and Appliances is your #1 destination for electronics and appliances. Choose from TVs and home audio that will entertain your whole family, to home comfort essentials for your living space and a wide selection of appliances to build your perfect kitchen. From selection to delivery, Dixie Electronics is everything you need. Price match guarantee and 0% financing available, all under one roof. Come today at 5120 Dixie Road, Mississauga, or visit the website at dixieelectronics.ca. टोरंटो 360 स्पेशल में आपको एक बार फिर खुश आमदीद। बहुत शुक्रिया कि आप हमारे साथ हैं। हमारे साथ मौजूद हैं दिलखुश थेन साहब और उनके मिसेज़ मिनी दिलखुश, और हम बात कर रहे हैं आज मौसीकी के हवाले से, रिश्तों के हवाले से, पाक भारत ताल्लुकात के हवाले से, लेकिन स्पेशली हमारा फोकस है वो मौसीकी पर ही। अच्छा जी, फोक मौसीकी है, मतलब ज़ाहिर है तुसी बहुत सारी चीज़ें देखते होंगे, बड़ी कहते फितरत दे नाल है, करीब है, मतलब पिंडां दी जिंदगी है, वैसे या मेल मिलाप, माहौल, मोहब्बत, रिश्ते बहुत ज़्यादा है और बड़ा ज़रूरी है। तो तुसी हुण देख रहे हो, मैंने लगता है कि फोक घट होंदा जा रहा है, बहुत घट है। मतलब असीं स्पैशली मतलब असीं इत्थे हाँ ते कैनेडा दे हवाले नाल कोई गाना बन रहा, कोई परदेसी दा जिक्र कर लिया, नाल ही जिहड़ी है वो ऐनकां ते गड्डियां ते होर चीज़ां नाल आ जांदियां। तो ये भी मेहल एक फर्ज बनता है एज एन सिंगर एंड डायरैक्टर भी कि इसनूं तुसीं प्रमोट करदे हो। तुसीं इस बारे सोचते हो, कदे देखते हो? जी बिल्कुल बिल्कुल। असल विच भट्टी साहब गल ये है कि पहला जिहड़े एंटरटेन दे जरिए सीगे ਉਹ ਘੱਟ ਸੀਗੇ। रेडियो टीवी रेडियो भी विरला किसी घर विच, क्योंकि मैं तो जे अपनी जनरेशन देखिए तो ਅਸੀਂ ਜਿੰਨੀ ਚੇਂजेस देखियां ने किसी ने नहीं देखियां। रेडियो नहीं ਹੁੰਦਾ ਸੀ, रेडियो ਤੋਂ ਬਾਅਦ ਪਹਿਲਾਂ ਬਿਜਲੀ ਨਹੀਂ ਸੀ, रेडियो टीवी ਤੋਂ ਬਾਅਦ ਅਸੀਂ ਤਾਂ ਤੁਹਾਡੇ ਤੋਂ ਪੁਰਾਣੇ ਆ, ਟੇਪ ਰਿਕਾर्ड जी नहीं पर मेरे तो जवान लगदे हो। हाँ जी, टेप रिकॉर्ड आ गई, कैसेट आ गई, सीडी आ गई, दूसरा आ गया, बहुत सारी चेंजेस आईਆਂ। ਅਸੀਂ ਗੱਡੇ ਤੋਂ ਸਟਾਰਟ ਹੋਏ ਸੀ, ਅਸੀਂ ਜਹਾਜ਼ਾਂ ਤੱਕ ਦੇਖ ਆ ਗਏ। ਬਿਲਕੁਲ ਸਹੀ ਹੈ। ਸੋ ਚੇਂजेस ਬਹੁਤ ਆਈਆਂ। ਉਸ ਵੇਲੇ
ਜਦੋਂ ਪੁਰਾਣੇ ਲੋਕ ਗੀਤ ਦਾ ਮਤਲਬ ਹੈ ਲੋਕਾਂ ਦੁਆਰਾ ਲਿਖਿਆ ਹੋਇਆ ਗੀਤ। ਬਿਲਕੁਲ ਉਹ ਕਹਾਣੀਆਂ ਜਿਹੜੀਆਂ ਆਪਸ ਇੱਕ ਦੂਸਰੇ ਨੂੰ ਮੈਂ ਸੁਣਾਉਂਦੇ ਇੱਕ ਲਾਈਨ ਬੋਲੀ, ਅੱਗੇ ਮੇਰੀ ਤਾਈ ਚਾਚੀ ਮਾਸੀ ਮਾਮਾ ਕੋਈ ਬੈਠਾ, ਅਗਲੀ ਲਾਈਨ ਉਹਨੇ ਗੁਣਗੁਣਾ ਦਿੱਤੀ ਆਪਦੇ ਪੱਲਿਓਂ, ਉਹ ਬਣ ਗਿਆ ਲੋਕ ਗੀਤ। ਉਹ ਅੱਗੇ ਚਲਾ ਗਿਆ, ਅਗਲੇ ਕਿਸੇ ਹੋਰ ਬੰਦੇ ਨੇ ਕੁਝ ਬੋਲ ਦਿੱਤਾ ਤਾਂ ਲੋਕ ਗੀਤ ਬਣ ਗਿਆ। ਹਾਂ ਬਿਲਕੁਲ। ਉਸ ਵੇਲੇ ਘਰਾਂ ਵਿੱਚ ਲੋਕ ਵਿਆਹਾਂ ਸ਼ਾਦੀਆਂ ਤੇ ਜਾਂ ਕਿਤੇ ਇਕੱਠੇ ਹੁੰਦੇ ਸੀ। ਇਹ ਨਹੀਂ ਹੈ ਕਿ ਆਪਦਾ ਫੋਨ ਲੈ ਕੇ ਬੈਠੇ ਆ, ਇਹ ਨਹੀਂ ਹੈ ਕਿ ਕੋਈ ਟੀਵੀ ਅੱਗੇ ਬੈਠਾ, ਇਹ ਨਹੀਂ ਕੋਈ ਕਿਤੇ, ਸਾਰੇ ਇਦਾਂ ਹੀ ਗੁਣਗੁਣਾ ਰਹੇ ਸੀ। ਅੱਜ ਵੀ ਆਪਣੇ ਬਹੁਤ ਜਿਹੜੇ 90-100 ਸਾਲ ਦੇ ਬਜ਼ੁਰਗ ਨੇ, ਕੋਈ ਮਾਤਾਵਾਂ ਘਰਾਂ ਵਿੱਚ ਜੋ ਗਾਣਾ ਅੱਜ ਉਹ ਗਾਉਂਦੀਆਂ ਨੇ ਅੱਜ ਵੀ, ਉਹ ਕਿਤੋਂ ਮਿਲਦਾ ਨਹੀਂ ਨਾ, ਉਹ ਕੰਪੋਜੀਸ਼ਨ ਮਿਲਦੀ ਕਿਉਂਕਿ ਉਹ ਅੰਦਰੋਂ ਨਿਕਲੀ ਹੋਈ ਕੰਪੋਜੀਸ਼ਨ ਹੈ। ਉਹ ਅਸੀਂ ਮਿਊਜ਼ਿਕ ਸਿੱਖੇ ਹੋਏ ਆ, ਅਸੀਂ ਕੰਪੋਜੀਸ਼ਨ ਕਰਨੀ ਹੈ ਤਾਂ ਮੈਂ ਕਿਸੇ ਰਾਗ ਦਾ ਸਹਾਰਾ ਲਵਾਂਗਾ ਕਿ ਉਸ ਵੇਲੇ ਅੰਦਰੋਂ ਫੀਲਿੰਗਸ ਨਾਲ ਨਿਕਲਦਾ ਸੀ। ਬਿਲਕੁਲ ਸਹੀ ਹੈ। ਅੱਜ ਵੀ ਅਸੀਂ ਕਿਸੇ ਵਿਆਹ ਸ਼ਾਦੀ ਤੇ ਜਾਂਦੇ ਆ, ਜੇ ਮੈਨੂੰ ਕੋਈ ਬਜ਼ੁਰਗ ਦਿਸ ਜਾਏ, ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਮਾਤਾ ਕੋਲ ਬੈਠਾ, ਮਾਤਾ ਕੀ ਬੋਲੂਗੀ, ਕੁਛ ਨਾ ਕੁਛ ਉਹਦੇ ਅੰਦਰੋਂ ਨਿਕਲੂਗਾ। ਸੋ ਮੇਰੇ ਖਿਆਲ ਮੁਤਾਬਕ ਸਾਡੀ ਜਿਹੜੀ ਲਾਈਫ ਹੈ, ਸਾਡੀ ਜ਼ਿੰਦਗੀ ਇੰਨੀ ਫਾਸਟ ਹੋ ਗਈ ਹੈ ਕਿ ਉਹ ਚੀਜ਼ ਘਟਦੀ ਜਾ ਰਹੀ ਹੈ ਆਪ ਸੋਚਣ ਵਾਲੀ। ਹਾਂ ਕੋਈ ਵੀ ਕੁਝ ਮਿਲ ਗਿਆ ਤੁਹਾਨੂੰ। ਤੁਸੀਂ ਮੈਂ ਜਦੋਂ ਆ ਕੇ ਡਰਾਈਵ ਕਰਦਾ ਇੱਥੇ ਤਾਂ ਮੈਨੂੰ ਸਾਰੇ ਹੈਰਾਨ ਹੁੰਦੇ ਆ, ਇੱਥੋਂ ਵਾਲੇ ਮੇਰੇ ਦੋਸਤ ਕੈਨੇਡਾ ਵਾਲੇ, ਯਾਰ ਤੈਨੂੰ ਕਿਵੇਂ ਪਤਾ ਤੂੰ ਨੈਵੀਗੇਟਰ ਵੀ ਨਹੀਂ ਲਗਾਉਂਦਾ? ਕਿਉਂਕਿ ਮੈਂ ਜਿਹੜਾ ਸਿੱਖਿਆ ਉਹ ਮੈਂ ਨੈਵੀਗੇਟਰ ਤੋਂ ਸਿੱਖਿਆ ਹੀ ਨਹੀਂ। ਮੈਨੂੰ ਇਹ ਪਤਾ ਕਿ ਇੱਧਰ ਨੂੰ ਬਵੇੜ ਜਾਊਗੀ, ਇੱਧਰ ਨੂੰ ਫਲਾਣੀ ਜਾਊਗੀ, ਇੱਧਰ ਨੂੰ ਫਲਾਣੀ। ਸੋ ਜਦੋਂ ਸਾਡੇ ਕੋਲ ਆਪਸ਼ਨ ਆ ਗਿਆ ਕਿ ਅਸੀਂ ਸਿੱਧਾ ਫੋਨ 'ਚ ਪਾਉਣਾ ਤੇ ਇਹਨੇ ਲੈ ਕੇ ਜਾਣਾ, ਉਦੋਂ ਤੁਸੀਂ ਸੋਚੋਗੇ ਨਹੀਂ। ਬੱਚਿਆਂ ਨੇ ਕੈਲਕੂਲੇਟਰ ਇਸਤੇਮਾਲ ਕੀਤਾ, ਉਹਨਾਂ ਦੀ ਅਕਲ ਖਤਮ, ਪਹਾੜੇ ਖਤਮ ਹੋ ਗਏ। ਜੀ ਬਿਲਕੁਲ। ਅੱਜ ਕਿਹੜਾ ਬੱਚਾ ਪਹਾੜੇ ਸੁਣਾ ਦੂਗਾ? ਸਹੀ ਕਹਿ ਰਹੇ ਹੋ। ਸੋ ਉਹ ਗੱਲਾਂ ਨੇ ਕਿ ਟੱਪੇ ਹੁਣ ਕਿਸੇ ਨੂੰ ਯਾਦ ਹੀ ਨਹੀਂ ਕਿ ਟੱਪੇ ਹੁੰਦੇ ਸੀ, ਦੌੜੇ ਹੁੰਦੇ ਸੀ, ਚੀਜ਼ਾਂ ਹੁੰਦੀਆਂ ਸੀ। ਉਹ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਜਿਹੜੇ ਗਾਉਂ 'ਚ ਔਰ ਰਾਤ ਨੂੰ ਸਾਰੇ ਬੈਠ ਕੇ ਗਾਉਂਦੇ ਸੀ, ਉਹ ਚੀਜ਼ਾਂ ਬਿਲਕੁਲ ਖਤਮ ਹੋ ਗਈਆਂ। ਬਿਲਕੁਲ ਜੀ। ਉਹ ਤੁਸੀਂ ਕੋਈ ਐਸੇ ਬਸ ਸੋਚਦੇ ਹੋ, ਤੁਸੀਂ ਮਿਊਜ਼ਿਕ ਡਾਇਰੈਕਟਰ ਵੀ ਹੋ ਕਿ ਯਾਰ ਉਹ ਪੁਰਾਣੀ ਕੋਈ ਚੀਜ਼ਾਂ ਦੁਬਾਰਾ ਚਲੋ ਉਹਨੂੰ ਥੋੜਾ ਚੇਂਜ ਕਰਕੇ ਦਿਖਾਇਆ ਜਾਵੇ? ਨਹੀਂ ਬਿਲਕੁਲ। ਮੈਂ ਤੁਹਾਡੇ ਮਿਸਟਰ ਦੀ ਆਵਾਜ਼ ਬੜੀ ਅੱਛੀ ਹੈ, ਉਹਨਾਂ ਕੋਲ ਗਵਾਓ, ਤੁਸੀਂ ਇਸ ਦੇ ਉੱਪਰ ਕੰਮ ਕਰੋ ਥੋੜਾ ਜਿਹਾ। ਬਿਲਕੁਲ ਉਹਨਾਂ ਤੋਂ ਵੀ ਕਰ ਰਹੇ ਹਾਂ ਅਸੀਂ। ਬਹੁਤ ਜਲਦੀ ਫੋਕ ਅਸੀਂ ਕੁਝ ਰਿਕਾਰਡ ਵੀ ਕੀਤਾ, ਉਹ ਵੀ। ਅੱਛਾ ਗੁੱਡ, ਸਹੀ। ਤੁਸੀਂ ਐਕਟਿੰਗ ਵੀ ਕੀਤੀ ਹੈ, ਕੋਈ ਡਰਾਮੇ ਸ਼ਰਾਮੇ ਕੀਤੇ ਕਿ ਫਿਲਮਾਂ 'ਚ ਕੰਮ ਕੀਤਾ? ਹਾਂ, ਮੇਰੀ ਹੀਰੋ ਤੇ ਤੁਸੀਂ ਹੋ। ਲੇਕਿਨ ਮੈਨੂੰ ਇੱਕ ਵਾਰ ਇੱਕ ਪ੍ਰੈਸ ਰਿਪੋਰਟਰ ਸੀਗੇ, ਉਹਨਾਂ ਨੇ ਪੁੱਛਿਆ ਭਾਈ ਸਾਹਿਬ ਤੁਹਾਡੀ ਲਾਈਫ ਵਿੱਚ ਕੋਈ ਖਾਸ ਮੋੜ? ਮੈਂ ਕਿਹਾ ਮੇਰੀ ਲਾਈਫ ਵਿੱਚ ਸਿੱਧਾ ਕੁਝ ਨਹੀਂ ਆਇਆ, ਮੋੜ ਹੀ ਆਇਆ। ਸੋ ਬਹੁਤ ਸਾਰੇ ਮੋੜ ਆਏ ਮੇਰੀ ਲਾਈਫ ਵਿੱਚ। ਐਕਟਿੰਗ ਦਾ ਵੀ ਇਸ ਤਰ੍ਹਾਂ ਮੈਂ ਥੀਏਟਰ ਸਟਾਰਟ ਕਰ ਦਿੱਤਾ ਸੀਗਾ। ਅੱਛਾ ਗੁੱਡ ਜੀ। ਮੈਂ ਥੀਏਟਰ ਵੈਸੇ ਵਾਪਸ ਆ ਰਿਹਾ ਹੁਣ, ਮੈਂ ਦੇਖ ਰਿਹਾ ਕਿ ਥੋੜਾ ਅੱਛਾ ਥੀਏਟਰ ਜਿਹੜਾ ਉਹ ਵਾਪਸ ਆ ਰਿਹਾ ਜੀ। ਤਾਂ ਮੇਰੇ ਕੋਲ ਨਾਟਕ ਵਾਲੇ ਜਿਹੜੇ ਥੀਏਟਰ ਵਾਲੇ ਆਉਂਦੇ ਸੀ ਮਿਊਜ਼ਿਕ ਕਰਵਾਉਣ ਲਈ ਥੀਏਟਰ ਦਾ, ਡਰਾਮੇ ਦਾ। ਸੋ ਉਹਨਾਂ ਨਾਲ ਕਰਦੇ ਥੀਏਟਰ ਕਰਨ ਲੱਗ ਗਿਆ। ਥੀਏਟਰ ਕਰਦਿਆਂ ਫਿਲਮਾਂ ਵੱਲ ਐਂਟਰੀ ਹੋ ਗਈ। ਸਹੀ। ਫਿਲਮ ਕੀਤੀ ਤੁਸੀਂ ਨਾ? ਜੀ ਮੈਂ 3 ਫਿਲਮਾਂ ਕੀਤੀਆਂ। ਕੋਈ ਫੈਮਿਲੀ 'ਚ ਹੋਰ ਵੀ ਕੋਈ ਮੂਸੀਕੀ ਨਾਲ ਤਾਲੁਕ ਹੈ? ਭੈਣ ਭਾਈ ਜਾਂ ਬਸ ਤੁਸੀਂ ਹੋ? ਜੀ ਮੇਰਾ ਛੋਟਾ ਬ੍ਰਦਰ ਸ਼ਾਰਕ, ਉਹਦਾ ਨਾਮ ਹੈ। ਅੱਛਾ। ਪਹਿਲਾਂ ਅਸੀਂ ਇਕੱਠੇ ਕੰਮ ਕਰਦੇ ਸੀ। ਹੁਣ 2010 ਤੋਂ ਇੱਕ ਸਟੂਡੀਓ ਸਾਡਾ ਬਠਿੰਡਾ ਵਿੱਚ ਹੈ, ਛੋਟਾ ਉਹ ਸੰਭਾਲਦਾ ਹੈ, ਔਰ ਮੈਂ ਮੋਹਾਲੀ ਵਾਲਾ ਸਟੂਡੀਓ ਸੰਭਾਲਦਾ। ਠੀਕ ਹੈ ਜੀ। ਵੱਡੇ ਭਾਈ ਤੇ ਡਾਕਟਰ ਤੁਹਾਡੇ? ਵੱਡੇ ਭਾਜੀ ਡਾਕਟਰ ਜੀ। ਉਹਨਾਂ ਨੂੰ ਮੂਸੀਕੀ ਨਾਲ ਦਿਲਚਸਪੀ ਨਹੀਂ ਹੋਈ? ਹਾਲਾਂਕਿ ਫੈਮਿਲੀ ਦੇ ਵਿੱਚ ਤੇ ਸੀ। ਨਹੀਂ, ਉਹ ਵੀ ਆਪਦੇ ਸਕੂਲ ਕਾਲਜ ਟਾਈਮ ਤੇ ਬਹੁਤ ਅੱਛਾ ਗਾਉਂਦੇ ਨੇ, ਰਾਈਟਰ ਬਹੁਤ ਅੱਛੇ ਨੇ। ਉਹ ਕਹਿੰਦੇ ਨੇ ਉਹ ਸਮਝਦਾਰ ਸੀ, ਉਹ ਡਾਕਟਰ ਬਣੇ। ਹਾਂ ਇਦਾਂ ਕਹਿ ਲਓ। ਇਹਦੇ ਚ ਦੁੱਖ ਜ਼ਿਆਦਾ ਹੈ। ਜਦੋਂ ਤੁਸੀਂ ਹਕੀਕਤ, ਤੁਸੀਂ ਫਿਤਰਤ ਜ਼ਿਆਦਾ ਕਰੀਬ ਹੁੰਦੇ ਹੋ, ਤੁਸੀਂ ਦੁੱਖ ਹੀ ਰਹਿੰਦੇ ਹੋ। ਜਿਹੜੇ ਚੀਜ਼ਾਂ ਜਿਹੜੀਆਂ ਤੁਸੀਂ ਮਹਿਸੂਸ ਕਰਦੇ ਹੋ, ਜ਼ਾਹਿਰ ਹੈ ਉਹ ਲਿਖਣ ਚ ਆ ਜਾਂਦੀਆਂ, ਲਿਖਣ ਫਿਰ ਗਾਣ ਚ ਆ ਜਾਂਦੀਆਂ। ਤਾਂ ਮੈਂ ਕਿਹਾ ਠੀਕ ਹੈ, ਜਿਹੜੇ ਟੈਕਨੀਕਲ ਬੰਦੇ ਉਹ ਸਹੀ ਰਹਿੰਦੇ ਹੋ, ਕਹਿੰਦੇ ਯਾਰ ਨਹੀਂ ਉਹ ਅੱਜ ਵੀ ਇਹ ਚੀਜ਼ ਨਹੀਂ ਹਟਦੀ। ਉਹ ਕਿਤੇ ਨਾ ਕਿਤੇ ਉਹ ਆਪਦੀ ਕਰਦੇ ਬੈਠਦੇ, ਫੈਮਿਲੀ 'ਚ ਬੈਠਦੇ, ਉਹ ਬਸ ਕਰਦੇ। ਸਾਡੇ ਸਾਰੇ ਪਰਿਵਾਰ 'ਚ ਮਾਹੌਲ ਹੀ ਇਦਾਂ ਦਾ ਜੀ। ਅੱਛਾ, ਕੈਨੇਡਾ ਤੁਸੀਂ ਆਉਂਦੇ ਰਹਿੰਦੇ ਹੋ, ਇੱਥੇ ਤੁਹਾਨੂੰ ਕਿਵੇਂ ਲੱਗਦਾ ਹੈ? ਲਾਈਕ ਇੱਥੇ ਜਿਹੜੇ ਲੋਕ ਹੈ ਉਹ ਤੁਹਾਨੂੰ ਜ਼ਾਹਿਰ ਹੈ ਪਸੰਦ ਤੇ ਬਹੁਤ ਕਰਦੇ, ਜ਼ਾਹਿਰ ਉੱਥੋਂ ਆਉਂਦੇ ਹੋ, ਤੁਹਾਨੂੰ ਇੱਥੇ ਆ ਕੇ ਕੀ ਫਰਕ ਲੱਗਦਾ ਹੈ ਉੱਥੋਂ ਔਰ ਇੱਥੇ ਦਾ? ਮੈਨੂੰ ਜਿੱਥੋਂ ਤੱਕ ਅਸੀਂ ਕਲਚਰ ਦੀ ਗੱਲ ਕਰੀਏ, ਉਹ ਚਾਹੇ ਤੁਸੀਂ ਇੰਡੀਆ ਦਾ ਲੈ ਲਓ, ਚਾਹੇ ਪਾਕਿਸਤਾਨ ਦਾ ਲੈ ਲਓ, ਹੈ ਤਾਂ ਸੇਮ ਹੀ ਹੈ। ਮੈਨੂੰ ਇਹ ਲੱਗਦਾ ਕਿ ਉੱਥੋਂ ਨਾਲੋਂ ਇੱਥੋਂ ਦੇ ਲੋਕਾਂ ਨੇ ਜ਼ਿਆਦਾ ਸਾਂਭਿਆ ਹੋਇਆ। ਇਹ ਮੇਰੀ ਸੋਚ ਹੈ। ਅੱਜ ਇੰਡੀਆ 'ਚ ਮੇਰੇ ਘਰ ਤੁਸੀਂ ਫੋਨ ਕਰੋ ਤਾਂ ਮੇਰਾ ਬੱਚਾ ਅੱਗੋਂ ਕਹੂਗਾ ਹੈਲੋ। ਇੱਥੇ ਤੁਸੀਂ ਕਿਸੇ ਦੇ ਬੱਚੇ ਨੇ ਫੋਨ ਚੱਕ ਲਿਆ, ਪਹਿਲਾਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਇਹ ਬੋਲੂਗਾ। ਸੋ ਮੇਰੇ ਖਿਆਲ ਮੁਤਾਬਕ ਇੱਥੇ ਜਿਹੜਾ ਜ਼ਿਆਦਾ ਬੱਚਿਆਂ ਵੱਲ ਧਿਆਨ ਦਿੱਤਾ ਜਾਂਦਾ ਕਿ ਬੱਚੇ ਨੂੰ ਆਪਦੀ ਬੋਲੀ ਨਾਲ, ਆਪਦੀ ਮਾਂ ਬੋਲੀ ਨਾਲ, ਆਪਦੇ ਕਲਚਰ ਨਾਲ ਜੋੜਿਆ ਜਾਵੇ। ਸੋ ਮੈਨੂੰ ਲੱਗਦਾ ਕਿ ਇੱਥੇ ਜ਼ਿਆਦਾ। ਮੈਨੂੰ ਜੀ ਤੁਸੀਂ ਪਹਿਲੀ ਵਾਰ ਆਏ ਹੋ ਕੈਨੇਡਾ, ਤੁਹਾਨੂੰ ਕਿਵੇਂ ਲੱਗਿਆ? ਬਹੁਤ ਅੱਛਾ ਲੱਗਿਆ ਜੀ।
ਪੰਜਾਬੀਅਤ ਦੇ ਨਾਲ ਬਹੁਤ ਜੁੜੇ ਹੋਏ ਨੇ ਇੱਥੇ ਲੋਕ। ਸਹੀ ਹੈ, ਸਹੀ। ਸਾਡੇ ਤਾਂ ਟੁੱਟਦੇ ਜਾ ਰਹੇ ਨੇ ਬੱਚੇ ਉੱਥੇ। ਹਾਂ, ਬੱਚਿਆਂ ਦਾ ਮਸਲਾ ਹੈ ਉਹ ਫੋਨ ਦੀ ਵਜ੍ਹਾ ਨਾਲ ਹੈ ਸਾਰਾ ਜ਼ਿਆਦਾ। ਫੋਨ ਦੀ ਵੀ ਹੈ ਜੀ, ਫੋਨ ਦੀ ਵੀ ਹੈ, ਸਕੂਲਾਂ ਦੀ ਵੀ ਉੱਥੇ ਪ੍ਰੋਬਲਮ ਹੈ। ਅੱਛਾ, ਸਕੂਲਸ ਦੀ ਪ੍ਰੋਬਲਮ ਹੈ ਉੱਥੇ ਕਿ ਤੁਸੀਂ ਸਕੂਲ ਵਿੱਚ ਇੰਗਲਿਸ਼ ਬੋਲ ਸਕਦੇ ਹੋ, ਨਹੀਂ ਤਾਂ ਫਾਈਨ ਲੱਗੂਗਾ, ਤੁਸੀਂ ਹਿੰਦੀ ਬੋਲ ਸਕਦੇ ਹੋ। ਬੱਚਾ ਆ ਕੇ ਘਰ ਕੋਸ਼ਿਸ਼ ਵੀ ਕਰਦਾ ਪੰਜਾਬੀ ਬੋਲੀ, ਅਸੀਂ ਕੋਸ਼ਿਸ਼ ਕਰਦੇ ਹਾਂ, ਸਾਡੇ ਬੱਚੇ ਪੰਜਾਬੀ ਵੀ ਬੋਲ ਲੈਂਦੇ, ਹਿੰਦੀ ਵੀ ਬੋਲ ਲੈਂਦੇ, ਪਰ ਉਹ ਵਿਚਾਰਿਆਂ ਨੂੰ ਸਾਰਾ ਦਿਨ ਉੱਥੇ ਪ੍ਰੈਸ਼ਰ ਜ਼ਿਆਦਾ ਹੈ। ਪ੍ਰੈਸ਼ਰ ਜ਼ਿਆਦਾ, ਘਰ ਵਾਲੇ ਕੁਝ ਕਹਿੰਦੇ, ਸਕੂਲ ਵਾਲੇ ਕੁਝ ਸਕੂਲ ਵਾਲੇ ਕਹਿੰਦੇ, ਕੁਝ ਕਹਿੰਦੇ। ਜੀ ਜੀ, ਬਿਲਕੁਲ ਬਿਲਕੁਲ। ਅੱਛਾ, ਤੁਸੀਂ ਕਲਾਸੀਕਲ ਦੇ ਵਿੱਚ ਤੁਸੀਂ ਮਾਸਟਰਸ ਕੀਤਾ ਹੈ। ਹਾਂਜੀ। ਤੇ ਉਹ ਹੁਣ ਤੁਸੀਂ ਦੇਖਦੇ ਨਹੀਂ ਕਲਾਸੀਕਲ ਕਾਫੀ ਹੱਦ ਤੱਕ ਘੱਟ ਹੁੰਦਾ ਜਾ ਰਿਹਾ। ਮੈਂ ਕਿਹਾ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਕਲਾਸੀਕਲ ਕਿਤੇ ਹੋ ਵੀ ਰਿਹਾ ਹੋਇਆ ਤੇ ਲੋਕ ਥੋੜਾ ਆਹਿਸਤਾ ਆਹਿਸਤਾ ਜਿਹੜੇ ਸਮਝਣ ਵਾਲੇ ਤੈਨੂੰ ਅੱਛਾ ਲੱਗਦਾ ਹੈ, ਹਾਂਜੀ, ਸੁਣਨ ਵਾਲੀ ਆਡੀਅנס ਹੀ ਨਹੀਂ ਰਹੀ ਕਲਾਸੀਕਲ ਨੂੰ। ਤੇ ਇਹਦੇ ਵਾਸਤੇ ਮਤਲਬ ਤੁਸੀਂ ਕੀ ਮਤਲਬ, ਕਿਉਂਕਿ ਇਸ ਤੇ ਬਗੈਰ ਤੇ ਕੋਈ ਚੀਜ਼ ਸੁਰ ਦਾ ਅਗਰ ਜਿਹਨੂੰ ਨਹੀਂ ਪਤਾ ਉਹ ਗਾਣਾ ਇੰਜ ਹੀ ਹੈ, ਮਤਲਬ ਤੁਸੀਂ ਕਿਉਂਕਿ ਅੱਜ ਕੱਲ ਤੇ ਕੈਰੋਕੀ ਆ ਗਈ, ਚੀਜ਼ਾਂ ਇੰਨੀਆਂ ਆ ਗਈਆਂ ਕਿ ਜਿੰਦਾ ਔਰ ਇੰਨੀ ਟਿਊਨਿੰਗ ਹੋਣ ਲੱਗ ਗਈ ਹੈ ਕਿ ਜੋ ਜਿਹੜਾ ਮਰਜ਼ੀ ਗੁਲਕਾਰ ਬਣ ਜਾਵੇ, ਲੇਕਿਨ ਅਸਲ ਜਿਹੜਾ ਜਦ ਤੱਕ ਤੁਹਾਨੂੰ ਦਿਲ ਤੜਾ ਨਾ ਕਰੇ, ਅਸਰ ਨਾ ਕਰੇ, ਉਹ ਮੌਸੀਕੀ ਨਹੀਂ ਹੈ। ਤੇ ਤੁਸੀਂ ਸੋਚਦੇ ਹੋ ਇਸ ਬਾਰੇ ਕਿ ਕਲਾਸੀਕਲ ਨੂੰ ਕੀ ਕਰਨਾ ਚਾਹੀਦਾ ਹੈ? ਕੁਝ ਤੁਸੀਂ ਸਪੈਸ਼ਲੀ ਇਸ ਦੇ ਉੱਪਰ, ਕਿਉਂਕਿ ਤੁਹਾਡੇ ਮਿਊਜ਼ਿਕ ਡਾਇਰੈਕਟਰ ਸਾਹਿਬ ਖੁਦ ਹੈ, ਤੇ ਇਸ ਦੇ ਉੱਪਰ ਥੋੜਾ ਜਿਹਾ ਕੋਈ ਇਹੋ ਜਿਹੀ ਤੁਸੀਂ ਸੀਡੀਜ਼ ਆਪਣੇ ਗਾਣੇ ਜਿਹੜੇ ਤੁਸੀਂ ਆਨਰ ਕਰੋ? ਹਾਂਜੀ, ਮੈਨੂੰ ਗਜ਼ਲਾਂ ਗਾਉਣ ਦਾ ਬਹੁਤ ਸ਼ੌਂਕ ਹੈ। ਤੇ ਮੈਂ ਦਿਲਖੁਸ਼ ਨਾਲ ਵੀ ਗੱਲ ਕਰਦੀ ਹਾਂ ਕਿ ਅਸੀਂ ਗਜ਼ਲਾਂ ਦੀ ਟੇਪ ਕਰੀਏ ਕੋਈ। ਨਹੀਂ, ਦੈਟਸ ਵੈਰੀ ਇੰਪੋਰਟੈਂਟ। ਪ੍ਰੋਬਲਮ ਕੀ ਹੁੰਦੀ ਜਦੋਂ ਅਸੀਂ ਸ਼ੋਜ਼ ਕਰਨ ਜਾਂਦੇ ਹਾਂ ਤੇ ਆਡੀਅנס ਸਾਡੀ ਹੁੰਦੀ ਨਹੀਂ। ਹਾਂ, ਉਹ ਤੁਸੀਂ ਕੋਈ ਸਲੋ ਗਾਣਾ ਗਾਉਂ ਤੇ ਉਹ ਕਹਿੰਦੇ ਜੀ ਬਸ ਇੱਥੇ ਤੇ ਫਿਰ ਕੁਝ ਚੇਂਜ ਕਰ ਦਿਓ, ਕਿਉਂਕਿ ਕਨਸਰਟ ਤੇ ਜਿਹੜਾ ਹੈ ਫੌਰਨ ਤੁਹਾਨੂੰ ਰਿਸਪੌਂਸ ਮਿਲਦਾ ਹੈ, ਤੁਹਾਨੂੰ ਆਈਡੀਆ ਹੋ ਜਾਂਦਾ ਹੈ ਗਾਣ ਦੇ ਬਾਅਦ ਕਿ ਕੀ ਗਾਣਾ। ਬਿਲਕੁਲ। ਇੱਕ ਹੈ ਆਡੀਅנס ਹੈ ਜਿਹੜੀ ਸੁਣਨ ਵਾਲੀ ਹੈ, ਕਲਾਸੀਕਲ ਵੀ ਔਰ ਗਜ਼ਲ ਸਿੰਗਿੰਗ ਵੀ, ਪਰ ਜ਼ਿਆਦਾਤਰ ਲੋਕ ਜਿਹੜੇ ਨੇ, ਆਮ ਜਿਹੜੇ ਲੋਕ ਨੇ, ਆਮ ਸੌਂਗਸ ਹੈ ਜਿਹੜੇ, ਫੋਕ ਸੌਂਗਸ ਹੈ ਜਾਂ ਫਿਰ ਆਮ ਸੌਂਗਸ ਹੈ ਜਿਹੜੇ ਸਾਡੇ ਦੂਜੇ ਡੂਇਟ ਸੌਂਗ ਸਾਡੇ ਬਹੁਤ ਹਿੱਟ ਹੁੰਦੇ ਨੇ ਉੱਥੇ ਪੰਜਾਬ ਦੇ ਵਿੱਚ। ਮਿਕਸ ਐਂਡ ਮੈਚ ਕਰਨਾ ਚਾਹੀਦਾ ਹੈ ਕਿਉਂਕਿ ਕੋਈ ਨਾ ਕੋਈ ਦਰਮਿਆਨ ਦੇ ਵਿੱਚ ਜਿਹੜੀ ਨਾ ਜਗ੍ਹਾ ਲੈਣੀ ਚਾਹੀਦੀ ਹੈ, ਜਿਹੜਾ ਅੱਛੇ ਸਿੰਗਰ ਨੂੰ ਜਾਂ ਡਾਇਰੈਕਟਰ ਨੂੰ ਦਰਮਿਆਨ 'ਚ ਕੋਈ ਨਾ ਕੋਈ ਕਲਾਸੀਕਲ ਅੰਗ ਜਿਹੜਾ ਨਾ ਹਰ ਗਾਣੇ 'ਚ ਆਉਣਾ ਚਾਹੀਦਾ। ਮੇਰਾ ਖਿਆਲ ਹੈ ਕਿ ਥੋੜਾ ਜਿਹਾ ਲੋਕ ਫਿਰ ਮਜ਼ਾ ਲੈਂਦੇ, ਜਿਹਨੂੰ ਥੋੜਾ ਜਿਹਾ ਪਤਾ ਹੁੰਦਾ ਹੈ। ਬਿਲਕੁਲ ਬਿਲਕੁਲ। ਦੇਖੋ ਨਾ, ਜਦੋਂ ਤੁਸੀਂ ਕੋਈ ਵੀ ਚੀਜ਼ ਕਰ ਰਹੇ ਹੁੰਦੇ, ਮਤਲਬ ਤਬਲਾ ਜਦੋਂ ਵੱਜਦਾ ਹੈ ਤੇ ਜਿਹਨੂੰ ਥੋੜੀ ਬਹੁਤ ਵੀ ਸਮਝ ਆ ਨਾ, ਉਹਦੀ ਉਂਗਲੀਆਂ ਉਸੇ ਤਰ੍ਹਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਜੀ ਬਿਲਕੁਲ ਬਿਲਕੁਲ। ਹਾਰਮੋਨੀਅਮ ਤੇ ਵੀ, ਤੇ ਮੈਂ ਖਿਆਲ ਇਹ ਚੀਜ਼ ਐਸੀ ਤੇ ਹੈ ਜਿਹੜੀ ਕਰਨੀ ਚਾਹੀਦੀ। ਮੈਂ ਖਿਆਲ ਤੁਸੀਂ ਇਹ ਵੀ ਜ਼ਰੂਰ ਇਸ ਬਾਰੇ। ਨਹੀਂ, ਬਿਲਕੁਲ ਬਿਲਕੁਲ, ਸਾਡੀ ਕੋਸ਼ਿਸ਼ ਹੈ ਭਾਜੀ ਕਿ ਅਸੀਂ ਇਸ ਪਾਸੇ ਵੀ ਧਿਆਨ ਦੇਈਏ। ਅਸੀਂ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਮੇਰੀ ਆਪਣੀ ਮਿਊਜ਼ਿਕ ਕੰਪਨੀ ਹੈ, ਸਾਨੂੰ ਰਿਲੀਜ਼ ਕਰਨ ਦੀ ਵੀ ਪ੍ਰੋਬਲਮ ਨਹੀਂ ਹੈ, ਮੇਰਾ ਆਪਣਾ ਰਿਕਾਰਡਿੰਗ ਸਟੂਡੀਓ, ਰਿਕਾਰਡ ਕਰਨ ਦੀ ਵੀ ਪ੍ਰੋਬਲਮ ਨਹੀਂ ਹੈ। ਸੋ ਟਾਈਮ ਦੇ ਆਉਣ ਨਾਲ ਕਹਿੰਦੇ ਸਾਰਾ ਕੁਝ ਹੋ ਜਾਂਦਾ ਹੈ, ਕੋਸ਼ਿਸ਼ ਕਰਾਂਗੇ। ਤੇ ਡੁਇਟ ਤੁਸੀਂ ਕੁਝ ਸੁਣਾਓਗੇ ਸਾਨੂੰ, ਅਗਰ ਮਤਲਬ ਮੁਮਕਿਨ ਹੈ ਇਸ ਵਕਤ ਕਰ ਸਕਦੇ? ਜੀ ਬਿਲਕੁਲ। ਤੁਸੀਂ ਟੱਪਿਆਂ ਦਾ ਜ਼ਿਕਰ ਕੀਤਾ ਸੀ, ਹਾਂ, ਫੋਕ ਸੁਣੋ, ਟੱਪੇ ਸੁਣਾਉਂਦੇ। ਜ਼ਰੂਰ ਜ਼ਰੂਰ ਜ਼ਰੂਰ। ਕੋਠੇ ਤੇ ਆ ਮਾਇਆ, ਕੋਠੇ ਤੇ ਆ ਮਾਇਆ, ਮਿਲਣਾ ਤੇ ਮਿਲ ਆ ਕੇ, ਨਹੀਂ ਤੇ ਖਸਮਾਂ ਨੂੰ ਖਾ ਮਾਇਆ। ਮਿਲਣਾ ਤੇ ਮਿਲ ਆ ਕੇ, ਨਹੀਂ ਤੇ ਖਸਮਾਂ ਨੂੰ ਖਾ ਮਾਇਆ। ਉਹ ਕੀ ਲੈਣਾ ਏ ਮਿੱਤਰਾਂ ਤੋਂ, ਕੀ ਲੈਣਾ ਏ ਮਿੱਤਰਾਂ ਤੋਂ, ਮਿਲਣ ਤੇ ਆ ਜਾਵਾਂ, ਡਰ ਲੱਗਦਾ ਏ ਛਿੱਤਰਾਂ ਤੋਂ। ਮਿਲਣ ਤੇ ਆ ਜਾਵਾਂ, ਡਰ ਲੱਗਦਾ ਏ ਛਿੱਤਰਾਂ ਤੋਂ। ਤੁਸੀਂ ਕਾਲੇ ਕਾਲੇ ਓ, ਤੁਸੀਂ ਕਾਲੇ ਕਾਲੇ ਓ, ਕੁਝ ਤਾਂ ਸ਼ਰਮ ਕਰੋ ਧੀਆਂ ਪੁੱਤਰਾਂ ਵਾਲੇ ਓ। ਕੁਝ ਤਾਂ ਸ਼ਰਮ ਕਰੋ ਧੀਆਂ ਪੁੱਤਰਾਂ ਵਾਲੇ ਓ। ਲੋਕੀ ਦੰਦ ਪਏ ਕੱਢਦੇ ਨੇ, ਲੋਕੀ ਦੰਦ ਪਏ ਕੱਢਦੇ ਨੇ, ਅਸੀਂ ਤੈਨੂੰ ਚੰਗੇ ਲੱਗਦੇ, ਸਾਡੇ ਧੀਆਂ ਪੁੱਤ ਵੱਢਦੇ ਨੇ। ਅਸੀਂ ਤੈਨੂੰ ਚੰਗੇ ਲੱਗਦੇ, ਸਾਡੇ ਧੀਆਂ ਪੁੱਤ ਵੱਢਦੇ ਨੇ। ਜ਼ਬਰਦਸਤ ਜਨਾਬ, ਜ਼ਬਰਦਸਤ ਰਹੋ ਗੱਲਾਂ ਜਿਹੜੀਆਂ ਮੇਰੇ ਖਿਆਲ ਆਹਿਸਤਾ ਆਹਿਸਤਾ ਭੁੱਲਦੀਆਂ ਜਾ ਰਹੀਆਂ, ਲੇਕਿਨ ਜਿਸ ਨੂੰ ਵੀ ਯਾਦ ਹੈ ਉਹ ਮਜ਼ਾ ਜ਼ਰੂਰ ਲੈਂਦਾ ਇਸ ਗੱਲ ਦਾ, ਔਰ ਬੜੀ ਹਕੀਕਤ ਦੇ ਕਰੀਬ ਹੈ। ਬਹੁਤ ਰਿਚ ਹੈ ਸਾਡਾ, ਔਰ
ਮੇਰੇ ਖਿਆਲ ਮੁਤਾਬਕ ਸਾਨੂੰ ਧਿਆਨ ਦੇਣਾ ਚਾਹੀਦਾ ਇਸ ਬਿਲਕੁਲ ਬੜਾ ਇੰਪੋਰਟੈਂਟ ਹੈ ਔਰ ਬਲਕਿ ਉਹੀ ਫਿਰ ਪੁਰਾਣੀ ਗੱਲ ਆ ਜਾਂਦੀ ਕਿ ਜਿਹਦੇ ਵਿਆਹਾਂ ਸ਼ਾਦੀਆਂ 'ਚ ਕਮ ਸੇ ਕਮ ਕੁਛ ਨਾ ਕੁਛ ਅਜੇ ਵੀ ਚੱਲ ਰਿਹਾ ਸਿਲਸਿਲਾ ਕੁਛ ਲੋਕਾਂ ਨੂੰ ਯਾਦ ਰਹਿੰਦਾ। ਇੱਕ ਚੀਜ਼ ਹੋਰ ਹੈ, ਜਿਹੜੇ ਸਾਡਾ ਏਰੀਆ ਬਾਰਡਰ ਪੱਟੀ ਦਾ ਏਰੀਆ, ਉੱਥੇ ਹਾਲੇ ਵੀ ਵਿਆਹਾਂ ਵਿੱਚ ਬਹੁਤ ਕੁਝ ਹੁੰਦਾ ਹੈ। ਮੇਰੇ ਵਿਆਹ ਤੇ ਮੇਰੇ ਛੋਟੇ ਬ੍ਰਦਰ ਦੇ ਵਿਆਹ ਤੇ ਜਾਂ ਸਾਡੇ ਜਿਹੜੇ ਹੁਣ ਵੀ ਵਿਆਹ ਹੁੰਦੇ ਨੇ, ਕੋਠੇ ਤੇ ਸਪੀਕਰ ਹੁਣ ਵੀ ਲੱਗਦਾ ਮੰਜੇ ਜੋੜ ਕੇ। ਸਹੀ ਹੈ। ਸੋ ਉਹਦਾ ਪਿੰਡਾਂ ਵਿੱਚੋਂ ਮੰਜੇ ਬਿਸਤਰੇ ਇਕੱਠੇ ਕਰਨ ਜਾਂਦੇ ਆ, ਉਹ ਵੀ ਜਾਂਦੇ ਆ, ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਨਾ ਉਹ ਵੀ ਕਰਦੇ ਆ। ਸੋ ਉੱਥੇ ਹਾਲੇ ਵੀ ਉਹਨਾਂ ਜਿਹੜੇ ਸ਼ਹਿਰੀ ਵਿਆਹ ਨੇ ਉਹ ਸਿਰਫ ਇੱਕ ਦਿਨ ਦਾ ਵਿਆਹ ਰਹਿ ਗਿਆ, ਮੈਰਿਜ ਪੈਲਸ ਤੱਕ ਹੀ ਸੀਮਿਤ ਰਹਿ ਗਿਆ। ਲੇਕਿਨ ਹਜੇ ਵੀ ਜਿਹੜੇ ਮਤਲਬ ਦੂਰ ਦਰਾਜ਼ ਦੋ ਰਿਸ਼ਤੇਦਾਰ ਆਉਂਦੇ, ਘਰ ਪੂਰਾ ਨਾ ਹੋਵੇ ਤੇ ਦੂਸਰਿਆਂ ਦੀ ਬੈਠੀਆਂ ਲੈਣੀਆਂ ਪੈਂਦੀਆਂ, ਲੋਕਾਂ ਦੇ ਘਰਾਂ ਦੇ ਕਮਰੇ ਮੰਗਣੇ। ਔਰ ਜਿਹੜਾ ਪਿੰਡਾਂ ਵਿੱਚ ਹਾਲੇ ਵੀ ਥੋੜਾ ਜਿਹਾ ਕਲਚਰ ਹੈਗਾ ਕਿ ਮੁੰਡੇ ਦਾ ਵਿਆਹ ਤਾਂ ਘੋੜੀਆਂ ਗਾਉਣੀਆਂ, ਕੁੜੀ ਦਾ ਵਿਆਹ ਸੁਹਾਗ ਗਾਣੇ। ਸੋ ਹੈ ਹਾਲੇ ਕਲਚਰ ਜ਼ਾਹਿਰ ਹੈ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਮੁਸ਼ਤਰਕ ਹੈ, ਲੇਕਿਨ ਜ਼ਾਹਿਰ ਹੈ ਹਕੂਮਤਾਂ ਦੇ ਮਸਾਇਲ ਹੈ, ਲੋਕ ਉਹ ਜਿਸ ਤਰ੍ਹਾਂ ਵੀ ਐਕਸਪਲੇਨ ਕਰਨ, ਲੇਕਿਨ ਮੇਰੇ ਖਿਆਲ ਮੁਹੱਬਤ ਲੋਕਾਂ ਦੀ ਆਪਸ ਵਿੱਚ ਬੜੀ ਅੱਛੀ ਹੈ। ਜੀ ਬਿਲਕੁਲ। ਥੈਂਕ ਯੂ ਵੈਰੀ ਮਚ ਫॉर ਕਮਿੰਗ। ਸ਼ੁਕਰੀਆ ਤੁਹਾਡਾ, ਔਰ ਤੁਸੀਂ ਵਕਤ ਦਿੱਤਾ, ਤੁਹਾਡਾ ਵੀ ਬਹੁਤ ਸ਼ੁਕਰੀਆ। ਔਰ ਮੇਰੇ ਖਿਆਲ ਹੈ ਤੁਸੀਂ ਆਉਂਦੇ ਰਹੋਗੇ ਇਸੇ ਲੋਕਾਂ ਤੱਕ ਜਿਹੜੀ ਇਹ ਚੀਜ਼ਾਂ ਤੁਹਾਡੀ ਪਹੁੰਚਾਉਂਦੇ ਰਹਾਂਗੇ। ਕੁਝ ਸਾਡੇ ਦੇਖਣ ਵਾਲਿਆਂ ਨੂੰ ਕੁਝ ਕਹਿਣਾ ਚਾਹੋ ਤੁਸੀਂ? ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਅੱਛਾ ਮਿਊਜ਼ਿਕ ਸੁਣੋ, ਅੱਛਾ ਹੀ ਲਿਖੋ, ਤਾਂ ਕਿ ਸਾਡੇ ਬੱਚਿਆਂ ਤੇ ਉਹਦਾ ਗਲਤ ਅਸਰ ਨਾ ਹੋਵੇ, ਅਸੀਂ ਆਪਣੇ ਕਲਚਰ ਨੂੰ ਚੰਗੀ ਤਰ੍ਹਾਂ ਪ੍ਰਮੋਟ ਕਰ ਸਕੀਏ। ਔਰ ਜਿੰਨੀ ਦੇਰ ਸੁਣਨ ਵਾਲੇ ਸਾਡਾ ਸਾਥ ਨਹੀਂ ਦੇਣਗੇ, ਉਨੀ ਦੇਰ ਗਾਉਣ ਵਾਲਾ ਵੀ ਅੱਛਾ ਨਹੀਂ ਗਾਊਗਾ। ਸੋ ਸਾਡੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਹੈ ਕਿ ਉਹ ਅੱਛੇ ਸਿੰਗਰ ਜੋ ਅੱਛਾ ਗਾਉਂਦੇ ਨੇ ਉਹਨਾਂ ਨੂੰ ਜ਼ਰੂਰ ਪ੍ਰਮੋਟ ਕਰੋ, ਕਿਉਂਕਿ ਅਗਰ ਮੈਂ ਥੋੜਾ ਜਿਹਾ ਟਾਈਮ ਲਾਉਂਗਾ, ਅਗਰ ਕੋਈ ਆਰਟਿਸਟ ਹੈ ਉਹਨੇ ਅੱਛਾ ਨਹੀਂ ਗਾਇਆ ਤਾਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਜਾ ਕੇ ਉਹਨਾਂ ਦੇ ਘਰ ਅੱਗੇ ਧਰਨਾ ਲਾ ਲੈਂਦੀਆਂ ਨੇ। ਅਗਰ ਉਹਦੇ ਘਰ ਅੱਗੇ ਧਰਨਾ ਲਾਓਗੇ ਉਹ ਤਾਂ ਹੋਰ ਪ੍ਰਮੋਟ ਹੋ ਰਿਹਾ। ਹਾਂ ਬਿਲਕੁਲ। ਲੋਕ ਉਹਦੀਆਂ ਖਬਰਾਂ ਵੀ ਲੱਗ ਰਹੀਆਂ ਨੇ, ਹੋਣਾ ਕੁਝ ਨਹੀਂ, ਉਹਦਾ ਕੁਝ ਨਹੀਂ ਹੋਣਾ। ਉਹਨੇ ਵੱਧ ਤੋਂ ਵੱਧ ਅਖੀਰ ਤੇ ਇੱਕ ਲੈਟਰ ਲਿਖ ਦੂਗਾ ਕਿ ਮੈਂ ਮਾਫੀ ਮੰਗ ਰਿਹਾ ਜੀ, ਲੇਕਿਨ ਉਹਦਾ ਗਾਣਾ ਤਾਂ ਕਿੰਨਾ ਪਪੂਲਰ ਹੋ ਗਿਆ। ਉਦਾਂ ਹੀ ਅਗਰ ਕੋਈ ਅੱਛਾ ਗਾਉਂਦਾ ਤਾਂ ਯਾਰ ਉਹਨੂੰ ਵੀ ਅੱਛਾ ਆਰਟਿਸਟ ਜਿਹੜਾ ਉਹਨੂੰ ਬੁਲਾ ਕੇ ਉਹਨੂੰ ਸਨਮਾਨਿਤ ਕਰੋ ਕਿ ਉਹਦੀਆਂ ਖਬਰਾਂ ਲੱਗਣ, ਉਹਦਾ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਇਹਨੇ ਅੱਛਾ ਵੀ ਗਾਇਆ। ਸੋ ਪਲੀਜ਼ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਅੱਛਾ ਸੁਣੋ, ਅੱਛੇ ਨੂੰ ਪ੍ਰਮੋਟ ਕਰੋ ਤਾਂ ਕਿ ਅੱਛਾ ਹੀ ਆ ਸਕੇ। ਜੀ ਮਿਨੀ ਜੀ ਤੁਸੀਂ ਕੁਝ ਕਹੋ? ਪਹਿਲੀ ਗੱਲ ਤਾਂ ਬਹੁਤ ਵਧੀਆ ਲੱਗਿਆ ਇੱਥੇ ਆ ਕੇ, ਤੇ ਦੂਜਾ ਮੈਂ ਇਹੀ ਕਹਿਣਾ ਚਾਹਾਂਗੀ ਕਿ ਅੱਛਾ ਗਾਣਾ ਜਿਹੜਾ ਹੈ ਬਹੁਤ ਘੱਟ ਸੁਣਨ ਨੂੰ ਮਿਲਦਾ ਅੱਜ ਕੱਲ, ਤੇ ਜ਼ਿਆਦਾ ਤੋਂ ਜ਼ਿਆਦਾ ਅੱਛਾ ਸੁਣਨਾ ਚਾਹੀਦਾ, ਤੇ ਤਾਂ ਹੀ ਆਰਟਿਸਟ ਜਿਹੜਾ ਉਹ ਅੱਛਾ ਗਾ ਸਕੇਗਾ। ਬਿਲਕੁਲ। ਤੇ ਜਿੱਦਾਂ ਆਡੀਅנס ਮੰਗਦੀ ਹੈ ਸਾਨੂੰ ਉਦਾਂ ਹੀ ਕਰਨਾ ਪੈਂਦਾ ਹੈ। ਸਹੀ। ਤੇ ਉਸ ਹਿਸਾਬ ਨਾਲ ਅੱਛਾ ਸੁਣੋ। बहुत शुक्रिया, थैंक यू दादा जी, बहुत शुक्रिया, और दादा जी बहुत शुक्रिया, थैंक यू वेरी मच। नाज़रीन किराम, ये मामलात जो हैं पाकिस्तान और भारत के हवाले से बहुत ज़्यादा गुफ्तगू होती है, दोनों हुकूमतों के हवाले से बहुत सी बातें ऐसी होती हैं पसंद नहीं आती हैं। अगर यहाँ पे पाकिस्तान और भारत के लोग इकट्ठे रहते हैं, मिलजुल के रहते हैं, फंक्शंस में भी जाते हैं, घरों में भी जाते हैं, तो शायद वहाँ भी हो सकता है। ज़रूर बहुत सी ऐसी चीज़ें होंगी जिसमें पाकिस्तान का अपना पॉइंट ऑफ व्यू है, भारत का अपना पॉइंट ऑफ व्यू है, लेकिन इन चीज़ों को आवाम से अगर थोड़ा सा हट के देखा जाए तो वो डिफरेंट है। हमारी कोशिश और ख्वाहिश यही है कि दोनों अपने अपने जो उनके मामलात हैं उसको दुरुस्त करते हुए दोनों मुल्कों के हालात को बेहतर बनाएं, क्योंकि हमसाए आप बदल नहीं सकते हैं, और हमसाए अच्छे तरीके से रहेंगे तो उस इलाके की भी तरक्की होगी। और हमारी भी ये ख्वाहिश है कि दोनों ममालिक के अवाम के साथ साथ हुकूमतों के ताल्लुकात भी अच्छे रहें। इससे न सिर्फ वहाँ का मामला बल्कि दुनिया भर में जो है मामला जो है बेहतर होंगे। दुआ में रखिएगा याद, हौसला नहीं हारना, बल हौसला भी को हारने की चीज़ है। इन ऑलवेज फॉलो योर हार्ट, क्योंकि सब अच्छे की आवाज़। अरशद भट्टी को दीजिए इजाज़त। अल्लाह हाफिज़ और सपुर्द मौला। You do not have to wait to protect your dependents and plan your estate. Ado Law will help you take the appropriate steps. Having a will is the most important thing you can do for yourself and your dependents. Not only can a will legally protect your loved ones, it can also spell out exactly how you would like things handled after you have passed on. Ado Law, the legal professionals. At Milton Health Center, we know it's important to have quick and easy access to healthcare provider.
Our mission is to provide a safe, caring, and compassionate environment where patients are actually listened to and are offered professional medical advice. We offer family medicine, walk-in clinic, travel and yellow fever clinic, circumcision, Botox and filler. Milton Health Center. Make an appointment today at 905-693-6400 or visit www.miltonhealthcenter.com. If you are looking for a reliable, professional, and affordable travel agency in your town, then your search is over. Global Travel and Tours is your personal travel partner. Our dedicated staff always ready to make your trip hassle-free, memorable, and cost-effective. We will assist you with hotel reservations, the transportation, visa assistance, and travel insurance. Please give us a call right now at 1-877-275-3555. The law professionals at TM Law, providing professional services in the GTA in the areas of civil litigation, criminal defense, family matters, and real estate, serving the community in English, Punjabi, Hindi, and Urdu. For more information, call Tahir Majid, barrister and solicitor at 647-838-4773, or you can visit tahirlaw.ca. Imagine a carefree lifestyle in a tranquil town of Bowmanville. Appleview, traditional style freehold townhomes that are elegant and future rich, designed to feel home. Bowmanville will have expansion of GO Train and Highway 407, new Ontario power plant, and new Toyota distribution facility. We invite you to get special incentives for a limited time. Call now 416-897-4714 or visit appleviewhomes.com.